ਗਵਰਨਮੈਂਟ ਜੌਬ ਹੁੰਦੇ ਹੋਇਆ ਵੀ ਨਹੀਂ ਬੰਦਾ ਇਹ ਹੁੰਦਾ ਕਿ ਸਰਕਾਰ ਤੋਂ ਕਿਸੇ ਨਾ ਕਿਸੇ ਗੱਲ ਤੋਂ ਡਰ ਜਾਂਦਾ ਕਿ ਕਿਤੇ ਮੇਰੀ ਨੌਕਰੀ ਨਾ ਚਲੇ ਜਾਵੇ, ਤੇ ਸ਼ੋਅ ਦੇ ਵਿੱਚ ਕਹਿ ਦਿੰਦੇ ਨੇ ਵੀ ਕਿ ਮੇਰੀ ਨੌਕਰੀ ਜਾਂਦੀ ਹੈ ਤਾਂ ਜਾਵੇ, ਪਰ ਮੈਂ ਡਰਨ ਵਾਲਿਆਂ ਵਿੱਚੋਂ ਨਹੀਂ ਆ। ਜੇ ਕਦੇ ਲੱਦਾਖ ਜਾਣ ਦਾ ਮੌਕਾ ਬਣੇ ਉੱਥੇ ਬੋਧੀਆਂ ਨਾਲ ਕਦੇ ਗੱਲ ਕਰਿਓ। ਮੈਂ ਗੱਲ ਕੀਤੀ ਹੋਈ ਹੈ ਤੇ ਜਿਸ ਤਰੀਕੇ ਲੋਕਾਂ ਨੇ ਵੀ ਗੱਲ ਸਾਂਝ ਕੀਤੀ, ਉਹ ਕਹਿੰਦੇ ਨੇ ਕਿ ਇਹ ਸਾਡੇ ਤਾਂ ਅਸੀਂ ਇਹੋ ਜਿਹੀ ਚੀਜ਼ ਇਤਿਹਾਸ ਵਿੱਚ ਵੇਖੀ ਸੁਣੀ ਨਹੀਂ ਕਿ ਅਸੀਂ ਇੱਕ ਮਹਾਨ ਯੋਧੇ ਨੂੰ ਯਾਦ ਕਰਦੇ ਹਾਂ ਜਿਸ ਸਦਕਾ ਲੱਦਾਖ ਅੱਜ ਹਿੰਦੁਸਤਾਨ ਦਾ, ਭਾਰਤ ਦਾ ਹਿੱਸਾ ਹੈ। ਤਾਂ ਜਿੱਥੇ ਲੋਕ ਨਹੀਂ ਪਹੁੰਚ ਪਾਉਂਦੇ, ਜਿੱਥੇ ਸਰਕਾਰਾਂ ਨਹੀਂ ਪਹੁੰਚ ਪਾਉਂਦੀਆਂ, ਉਹਨਾਂ ਨੂੰ ਫੈਸਲੇ ਲੈਣ ਦੇ ਵਿੱਚ ਮੁਸ਼ਕਲਾਂ ਆ ਜਾਂਦੀਆਂ ਨੇ, ਉੱਥੇ ਸਾਡੀ ਸਿੱਖ ਕੌਮ ਅੱਗੇ ਹੋ ਕੇ ਲੜਦੀ ਵੀ ਹੈ, ਅੱਗੇ ਹੋ ਕੇ ਰੋਟੀ ਦਾ ਪ੍ਰਬੰਧ, ਲੰਗਰ ਦਾ ਪ੍ਰਬੰਧ, ਜਲ ਦਾ ਪ੍ਰਬੰਧ, ਹਰ ਚੀਜ਼ ਦਾ ਪ੍ਰਬੰਧ ਤੇ ਦਵਾਈਆਂ ਆਦਿ ਦਾ ਪ੍ਰਬੰਧ ਵੀ ਕਰਦੀ ਹੈ। ਰੱਜੇ ਪੁੱਜੇ ਘਰਾਂ ਦੇ ਕਾਕੇ ਵੀ ਆਪਣੇ ਮਾਂ ਜਾਂ ਪਿਓ ਦੀ ਮੌਤ ਦੀ ਖਬਰ ਸੁਣ ਕੇ ਲਾਸ਼ ਤੱਕ ਵੇਖਣ ਨਹੀਂ ਸੀ ਆਏ ਕਿ ਸਾਨੂੰ ਨਾ ਕੋਵਿਡ ਹੋ ਜਾਏ। ਪਰ ਅਸਲ 'ਚ ਪਤਾ ਜੇ ਕੀ ਫੋਨ ਆਉਂਦੇ ਸਨ, ਸੁਨੇਹੇ ਆਉਂਦੇ ਸਨ ਕਿ ਵੀ ਉਹਨਾਂ ਦੇ ਜਿਹੜੇ ਕੜਾ ਸੋਨੇ ਦਾ ਪਾਇਆ ਜਾਂ ਮੁੰਦਰੀ ਜਿਹੜੀ ਹੀਰੇ ਦੀ ਹੈ ਉਹ ਲਾ ਕੇ ਦੇ ਦੇਣਾ, ਉਹ ਰੱਖ ਲਿਓ ਲਾ ਕੇ, ਬਾਕੀ ਤੁਸੀਂ ਕਰ ਦਿਓ ਜਿਵੇਂ ਵੀ ਉਹਨਾਂ ਨੂੰ ਕਰਨਾ। ਪਰ ਬਜ਼ੁਰਗ ਅਵਸਥਾ ਦੇ ਵਿੱਚ ਮਾਂ-ਬਾਪ ਸਾਹਮਣੇ ਬੇਹੱਦ ਜ਼ਰੂਰੀ ਨੇ, ਕਿਉਂਕਿ ਇੱਕ ਜ਼ਿੰਮੇਵਾਰੀ ਹੁੰਦੀ ਹੈ ਕਿ ਛੋਟੇ ਹੁੰਦਿਆਂ ਨੂੰ ਸਾਨੂੰ ਵੀ ਉਹਨਾਂ ਨੇ ਪਾਲਿਆ ਹੁੰਦਾ, ਸੋ ਅਸੀਂ ਆਪਣਾ ਫਰਜ਼ ਸਮਝੀਏ ਤਾਂ ਅਸੀਂ ਬਜ਼ੁਰਗਾਂ ਨੂੰ ਉਹਨਾਂ ਦਾ ਬਣਦਾ ਮਾਣ ਸਤਿਕਾਰ ਹੈ ਜਿਹੜਾ ਉਹ ਜ਼ਰੂਰ ਦੇਣਾ ਚਾਹੀਦਾ ਕਿ ਲੋਕ ਗੀਤ ਜਿਹੜੇ ਉੱਥੋਂ ਦੇ ਨੇ ਲੱਦਾਖ ਵਿੱਚ, ਉਹਦੇ ਵਿੱਚ ਲੈਫਟੀਨੈਂਟ ਜਨਰਲ ਵਿਕਰਮ ਸਿੰਘ ਦਾ ਜ਼ਿਕਰ ਕੀਤਾ ਜਾਂਦਾ ਹੈ। ਜੰਮੂ ਦੇ ਵਿੱਚ ਚੌਂਕ ਤੱਕ ਬਣਿਆ ਜੇ ਬੁੱਤ ਉਹਨਾਂ ਦਾ ਲੱਗਿਆ, ਯਾਨੀ ਜਿਸ ਤਰੀਕੇ ਦੀ ਬਹਾਦਰੀ ਉਹਨਾਂ ਨੇ ਉਸ ਸਮੇਂ ਵਿਖਾਈ ਸੀ, ਉਹ ਲਾਸਾਨੀ ਬਹਾਦਰੀ ਵਿੱਚ ਲੱਦਾਖ ਦੇ ਵਿੱਚ ਜੋ ਬੋਧੀ ਇਸ ਵੇਲੇ ਯਾਦ ਕਰਦੇ ਨੇ, ਲਾਮੇ ਯਾਦ ਕਰਦੇ ਨੇ, ਪਤਾ ਜੀ ਕਿਸ ਤਰ੍ਹਾਂ ਯਾਦ ਕਰਦੇ ਨੇ। ਉਹ ਤਾਂ ਇਸ ਤਰੀਕੇ ਦਾ ਬਹਾਦਰ ਸੀ ਜਿਹਦਾ ਮੁਕਾਬਲਾ ਕਦੇ ਕੋਈ ਕਰ ਹੀ ਨਹੀਂ ਸਕਦਾ। ਜੋ ਜਾਂਬਾਜ਼ ਨਾ ਹੁੰਦਾ, ਅਸੀਂ ਸ਼ਾਇਦ ਅੱਜ ਆਜ਼ਾਦ ਹਵਾ ਵਿੱਚ ਸਾਹ ਨਾ ਲੈ ਰਹੇ ਹੁੰਦੇ। ਆਮ ਲੋਕਾਂ ਦੇ ਵਿੱਚੋਂ ਸਿਰਲੱਥ ਯੋਧੇ ਤਿਆਰ ਕੀਤੇ ਗਏ ਸਨ। ਉਹਦੇ ਵਿੱਚ ਇੱਕ ਪਾਸਾ ਸੀ ਹਿੰਮਰਤਾ, ਹਲੀਮੀ, ਉਹਦਾ ਸਿਖਰ। ਦੂਜੇ ਪਾਸੇ ਸੀ ਇੱਕ ਅਜਿਹਾ ਯੋਧਾ ਤਿਆਰ ਕਰਨਾ ਜਿਹਦੇ ਅੱਗੇ ਕੋਈ ਟਿਕ ਨਾ ਸਕੇ, 1.25 ਲੱਖ ਨਾਲ ਭਿੜ ਜਾਣ ਵਾਲਾ ਤੇ ਆਪਣੀ ਮੌਤ ਮਿਸਾਲੀ ਵਿਖਾਉਣ ਵਾਲਾ। ਫਖਰ ਨਾਲ ਸਿਰ ਉੱਚਾ ਹੋ ਜਾਂਦਾ ਕਿ 1965 ਤੇ 71 ਵਿੱਚ ਜਦੋਂ ਪਾਕਿਸਤਾਨ ਦੇ ਫੌਜੀਆਂ ਨੂੰ ਖਦੇੜ ਕੇ ਉਹਨਾਂ ਨੇ ਇਹ ਹਿੱਸੇ ਸਾਡੇ ਨਾਲ ਮਿਲਾਏ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ। ਇਹ ਉਹ ਪ੍ਰੋਗਰਾਮ ਹੈ ਜਿਸ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਵੱਖੋ ਵੱਖਰਿਆਂ ਟੌਪਿਕਸ ਤੇ, ਗੱਲਬਾਤ ਕਰਦੇ ਹਾਂ ਉਹਨਾਂ ਟੌਪਿਕਸ ਤੇ ਜੋ ਅਸੀਂ ਘਰਾਂ ਦੇ ਵਿੱਚ ਬੈਠ ਕੇ ਆਮ ਵਿਚਾਰਦੇ ਹਾਂ। ਆਪਾਂ ਸੁਣਦੇ ਹਾਂ ਵੀ ਕੁਛ ਨਾ ਕੁਛ ਜ਼ਿੰਦਗੀ 'ਚ ਅਜਿਹਾ ਚੱਲ ਰਿਹਾ ਹੈ, ਕੁਛ ਨਾ ਕੁਛ ਰਾਜਨੀਤੀ ਦੇ ਵਿੱਚ ਅਜਿਹਾ ਚੱਲ ਰਿਹਾ, ਸਮਾਜਿਕ ਖਿੱਤਿਆਂ ਦੇ ਵਿੱਚ ਕੁਛ ਐਸਾ ਚੱਲ ਰਿਹਾ ਕਿ ਇਸ ਤੇ ਗੱਲ ਕਰਨੀ ਬਣਦੀ ਹੈ, ਪਰ ਗੱਲ ਹੈ ਜਿਹੜੀ ਉਹ ਕੌਣ ਕਰੇ। ਸੋ ਉਹ ਜਿਹੜੀਆਂ ਕੌਣ ਵਾਲੀਆਂ ਗੱਲਾਂ ਨੇ, ਉਹੀ ਗੱਲਾਂ ਨੂੰ ਆਪਾਂ ਟੌਪਿਕ ਦੇ ਆਧਾਰ ਤੇ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਂਦੇ ਹਾਂ ਤੇ ਉਸ ਤੇ ਖਾਸ ਗੱਲਬਾਤ ਕੀਤੀ ਜਾਂਦੀ ਹੈ। ਬਹੁਤ ਸਾਰੀਆਂ ਵਿਸ਼ੇ ਨੇ ਜਿਨ੍ਹਾਂ ਨੂੰ ਛੂਇਆ ਜਾਂਦਾ ਹੈ, ਉਹ ਭਾਵੇਂ ਸਿਹਤ ਦੇ ਨਾਲ ਰਿਲੇਟਡ ਹੋਣ, ਬਿਮਾਰੀਆਂ ਦੇ ਨਾਲ ਰਿਲੇਟਡ ਹੋਣ, ਰਾਜਨੀਤੀ ਦੇ ਨਾਲ ਰਿਲੇਟਡ ਹੋਣ, ਧਾਰਮਿਕ ਵਿਸ਼ਿਆਂ ਦੇ ਨਾਲ ਰਿਲੇਟਡ ਹੋਣ, ਸਮਾਜ ਦੇ ਵਿੱਚ ਚੱਲ ਰਹੀਆਂ ਕੁਰੀਤੀਆਂ ਬਾਰੇ ਹੋਣ, ਤੇ ਬਹੁਤ ਕੁਝ ਜਿਹੜਾ ਵਧੀਆ ਹੁੰਦਾ ਉਹਨਾਂ ਬਾਰੇ ਵੀ ਖਾਸ ਗੱਲਬਾਤ ਕੀਤੀ ਜਾਂਦੀ ਹੈ। ਤੇ ਜਿਹੜੇ ਲੋਕ, ਜਿਹੜੇ ਲੀਡਰ ਕੁਝ ਵਧੀਆ ਕਰਦੇ ਨੇ ਤੇ ਉਹਨਾਂ ਦੀ ਸਰਾਹਨਾ ਵੀ ਕੀਤੀ ਜਾਂਦੀ ਹੈ। ਸੋ ਸਾਰੇ ਹੀ ਪ੍ਰੋਗਰਾਮ ਦੇ ਵਿੱਚ ਸਾਰਿਆਂ ਹੀ ਟੌਪਿਕਸ ਤੇ ਡਿਸਕਸ ਕਰਨ ਦੇ ਲਈ ਹਮੇਸ਼ਾ ਸਾਡੇ ਨਾਲ ਪਟਿਆਲਾ ਤੋਂ ਜੁੜਦੇ ਨੇ ਡਾਕਟਰ ਹਰਸ਼ਿੰਦਰ ਕੌਰ। ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਮੈਮ, ਸਵਾਗਤ ਹੈ ਜੀ ਤੁਹਾਡਾ। ਜੀ ਤੇ ਸਾਡੇ ਰਾਹੀਂ ਸਾਰੇ ਹੀ ਸੁਣਨ ਵਾਲਿਆਂ ਨੂੰ ਵੀ ਬਹੁਤ ਨਿੱਘੀ ਸਤਿ ਸ਼੍ਰੀ ਅਕਾਲ ਜੀ। ਵੈਸੇ ਤਾਂ ਡਾਕਟਰ ਹਰਸ਼ਿੰਦਰ ਕੌਰ ਨੂੰ ਸਾਰੇ ਹੀ ਵਿਸ਼ਵ ਭਰ ਦੇ ਵਿੱਚ ਲੋਕ ਜਾਣਦੇ ਨੇ, ਪਰ ਫਿਰ ਵੀ ਬਹੁਤ ਸਾਰੇ ਦਰਸ਼ਕ ਨੇ ਜਿਹੜੇ ਨਵੇਂ ਜੁੜੇ ਹੁੰਦੇ ਨੇ। ਉਹਨਾਂ ਨੂੰ ਮੈਂ ਦੱਸ ਦੇਵਾਂ ਕਿ ਬੱਚਿਆਂ ਦੇ ਮਾਹਿਰ ਡਾਕਟਰ ਨੇ ਪਟਿਆਲਾ ਦੇ ਵਿੱਚ, ਤੇ ਬਹੁਤ ਸਾਰੇ ਲੋਕਾਂ ਦੀ ਮਦਦ ਕਰਨ ਵਾਲੇ, ਜੋ ਆਪਾਂ ਕਹਿੰਦੇ ਕਿ ਦਬੀਆਂ ਕੁਚਲੀਆਂ ਜਿਹੜੀਆਂ ਆਵਾਜ਼ਾਂ ਨੇ ਉਹਨਾਂ ਦੀ ਆਵਾਜ਼ ਬਣਨ ਵਾਲੇ ਤੇ ਉਹਨਾਂ ਦੀ ਆਵਾਜ਼ ਬੁਲੰਦ ਕਰਨ ਵਾਲੇ। ਤੁਸੀਂ ਇਹਨਾਂ ਨੂੰ ਹਰ ਸਟੇਜ ਤੇ ਜਿੱਥੇ ਵੀ ਸਮਾਗਮ ਹੁੰਦਾ ਹੈ, ਹਰ ਇਸ਼ਤਿਹਾਰ ਦੇ ਵਿੱਚ ਇਹਨਾਂ ਦੀ ਫੋਟੋ ਲੱਗੀ ਹੁੰਦੀ ਆ, ਤਾਂ ਸੋਸ਼ਲ ਮੀਡੀਆ ਤੇ ਤਾਂ
ਬਹੁਤ ਸਾਰੇ ਚੈਨਲਸ ਤੇ ਤੁਸੀਂ ਵੱਖੋ ਵੱਖਰੇ ਟੌਪਿਕਸ ਤੇ ਇਹਨਾਂ ਨੂੰ ਗੱਲਬਾਤ ਕਰਦਿਆਂ ਨੂੰ ਵੇਖਦੇ ਹੋ, ਕਿਉਂਕਿ ਕੁੜੀਆਂ ਦੇ ਨਾਲ ਰਿਲੇਟਡ ਗੱਲ ਹੁੰਦੀ ਆ, ਔਰਤ ਦੇ ਨਾਲ ਰਿਲੇਟਡ ਗੱਲ ਹੁੰਦੀ ਆ ਤਾਂ ਇਹ ਆਵਾਜ਼ ਚੁੱਕਦੇ ਨੇ। ਪਰ ਇਹ ਇਹੀ ਨਹੀਂ ਕਿ ਸਿਰਫ ਔਰਤ ਦੇ ਨਾਲ ਗੱਲ ਹੀ ਹੁੰਦੀ ਹੈ ਤਾਂ ਹੀ ਆਵਾਜ਼ ਚੁੱਕਦੇ ਨੇ, ਕਿਸੇ ਨਾਲ ਵੀ ਕਿਤੇ ਵੀ ਕੋਈ ਕੁਤਾਹੀ ਹੋ ਰਹੀ ਹੁੰਦੀ ਹੈ ਤਾਂ ਇਹਨਾਂ ਵੱਲੋਂ ਆਵਾਜ਼ ਚੁੱਕੀ ਜਾਂਦੀ ਹੈ। ਤਾਂ ਅਸੀਂ ਇਹਨਾਂ ਨੂੰ ਸੈਲੂਟ ਕਰਦੇ ਹਾਂ, ਕਿਉਂਕਿ ਬੇਬਾਕੀ ਦੇ ਨਾਲ ਗੱਲ ਕਰਦੇ ਨੇ। ਗਵਰਨਮੈਂਟ ਜੌਬ ਹੁੰਦੇ ਹੋਇਆ ਵੀ ਨਹੀਂ ਬੰਦਾ ਇਹ ਹੁੰਦਾ ਕਿ ਸਰਕਾਰ ਤੋਂ ਕਿਸੇ ਨਾ ਕਿਸੇ ਗੱਲ ਤੋਂ ਡਰ ਜਾਂਦਾ ਕਿ ਕਿਤੇ ਮੇਰੀ ਨੌਕਰੀ ਨਾ ਚਲੀ ਜਾਵੇ, ਤੇ ਸ਼ੋਅ ਦੇ ਵਿੱਚ ਹੀ ਕਹਿ ਦਿੰਦੇ ਨੇ ਵੀ ਕਿ ਮੇਰੀ ਨੌਕਰੀ ਜਾਂਦੀ ਹੈ ਤਾਂ ਜਾਵੇ, ਪਰ ਮੈਂ ਡਰਨ ਵਾਲਿਆਂ ਵਿੱਚੋਂ ਨਹੀਂ ਆ। ਸੋ ਜਿਹੜਾ ਇਹਨਾਂ ਦਾ ਇਹ ਡਾਇਲੋਗ ਹੈ, ਇਹ ਸਭ ਦਾ ਪਸੰਦੀਦਾ ਡਾਇਲੋਗ ਹੈ ਤੇ ਮੇਰਾ ਵੀ ਬਹੁਤ ਪਸੰਦੀਦਾ ਹੈ। ਸੋ ਮੈਮ ਸੈਲੂਟ ਕਰਦੇ ਹਾਂ ਤੁਹਾਡੇ ਕਿਰਦਾਰ ਨੂੰ, ਸੈਲੂਟ ਕਰਦੇ ਹਾਂ ਤੁਹਾਡੀ ਬਹਾਦਰੀ ਨੂੰ। ਤੇ ਬਹਾਦਰੀ ਦੇ ਜੇ ਗੱਲ ਚੱਲੀ ਹੈ ਤਾਂ ਅੱਜ ਅਸੀਂ ਸਿੱਖ ਕੌਮ, ਜੋ ਕਿ ਬਹੁਤ ਹੀ ਬਹਾਦਰ ਕੌਮ ਹੈ, ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲੀ ਹੈ, ਕੁਝ ਵੀ ਹੋ ਜਾਵੇ ਮੂਰੇ ਲੱਗ ਕੇ ਅੜਦੀ ਹੈ, ਖੜਦੀ ਹੈ। ਸੰਸਾਰ ਭਰ ਦੇ ਵਿੱਚ ਕਿਤੇ ਵੀ ਕੋਈ ਗੱਲ ਹੋਵੇ ਤਾਂ ਜਿੱਥੇ ਲੋਕ ਨਹੀਂ ਪਹੁੰਚ ਪਾਉਂਦੇ, ਜਿੱਥੇ ਸਰਕਾਰਾਂ ਨਹੀਂ ਪਹੁੰਚ ਪਾਉਂਦੀਆਂ, ਉਹਨਾਂ ਨੂੰ ਫੈਸਲੇ ਲੈਣ ਦੇ ਵਿੱਚ ਮੁਸ਼ਕਲਾਂ ਆ ਜਾਂਦੀਆਂ ਨੇ, ਉੱਥੇ ਸਾਡੇ ਸਿੱਖ ਕੌਮ ਅੱਗੇ ਹੋ ਕੇ ਲੜਦੀ ਵੀ ਹੈ, ਅੱਗੇ ਹੋ ਕੇ ਰੋਟੀ ਦਾ ਪ੍ਰਬੰਧ, ਲੰਗਰ ਦਾ ਪ੍ਰਬੰਧ, ਜਲ ਦਾ ਪ੍ਰਬੰਧ, ਹਰ ਚੀਜ਼ ਦਾ ਪ੍ਰਬੰਧ ਤੇ ਦਵਾਈਆਂ ਆਦਿ ਦਾ ਪ੍ਰਬੰਧ ਵੀ ਕਰਦੀ ਹੈ। ਸੋ ਜੇ ਅਸੀਂ ਲੰਬੇ ਇਤਿਹਾਸ ਤੇ ਵੀ ਨਿਗਾਹ ਮਾਰੀਏ ਤਾਂ ਸਿੱਖ ਨੇ ਜਿਹੜੇ ਉਹ ਅੱਗੇ ਵੱਧ ਕੇ ਹੀ ਉਹਨਾਂ ਨੇ ਲੋਕਾਂ ਦੀ ਰੱਖਿਆ ਕੀਤੀ ਹੈ, ਭਾਵੇਂ ਕਿ ਇਹਨਾਂ ਦੇ ਨਾਲ ਹਰ ਥਾਂ ਤੇ ਵਧੀਆ ਸਲੂਕ ਜ਼ਿਆਦਾ ਨਹੀਂ ਕੀਤਾ ਜਾਂਦਾ। ਇਹਨਾਂ ਨੂੰ ਆਪਣੀ ਪਛਾਣ ਬਣਾਉਣ ਦੇ ਲਈ ਬਹੁਤ ਕੁਝ ਕਰਨਾ ਪੈਂਦਾ, ਸਰਕਾਰਾਂ ਤੱਕ ਆਵਾਜ਼ ਚੁੱਕਣੀ ਪੈਂਦੀ ਹੈ, ਪਰ ਪੰਜਾਬ ਦੇ ਵਿੱਚ ਵੀ ਇਹਨਾਂ ਨੂੰ ਦੱਬਿਆ ਕੁਚਲਿਆ ਜਾਂਦਾ। ਜੇ ਕੋਈ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਦਾ ਤਾਂ ਉਹਨਾਂ ਦੀ ਆਵਾਜ਼ ਨੂੰ ਹੈ ਜਿਹੜਾ ਉਹ ਕੁਚਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅੱਜ ਅਸੀਂ ਸਿੱਖ ਬਹਾਦਰ ਫੌਜੀਆਂ ਦੀਆਂ ਸ਼ਹਾਦਤਾਂ ਬਾਰੇ ਗੱਲ ਕਰਾਂਗੇ, ਉਹਨਾਂ ਸੂਰਵੀਰ ਯੋਧਿਆਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਦੀ ਤੂਤੀ ਵਿਸ਼ਵ ਭਰ ਦੇ ਵਿੱਚ ਬੋਲਦੀ ਹੈ, ਜਿਨ੍ਹਾਂ ਦੇ ਨਾਮ ਤੇ ਸ਼ਹਿਰ ਬਣੇ ਹੋਏ ਨੇ, ਜਿਨ੍ਹਾਂ ਦੇ ਨਾਮ ਤੇ ਚੌਂਕ ਬਣੇ ਹੋਏ ਨੇ, ਜਿਨ੍ਹਾਂ ਦੇ ਨਾਮ ਤੇ ਝੰਡੇ ਨੇ ਜਿਹੜੇ ਉਹ ਬੁਲੰਦ ਨੇ। ਸੋ ਸਾਰੀਆਂ ਹੀ ਗੱਲਾਂ ਬਾਤਾਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਬਹੁਤ ਕੁਝ ਸਿੱਖਣ ਵਾਲਾ ਇਸ ਪ੍ਰੋਗਰਾਮ ਦੇ ਵਿੱਚ ਹੋਵੇਗਾ, ਪਰ ਉਸ ਤੋਂ ਪਹਿਲਾਂ ਆਪਾਂ ਮੈਮ ਤੋਂ ਇੱਕ ਕਹਾਣੀ ਸੁਣਦੇ ਹੁੰਦੇ ਹਾਂ। ਤਾਂ ਮੈਮ ਤੁਸੀਂ ਅੱਜ ਦਰਸ਼ਕਾਂ ਦੇ ਲਈ ਕਿਹੜੀ ਕਹਾਣੀ ਲੈ ਕੇ ਆਏ ਹੋ? ਜੀ ਤਾਂ ਮੈਂ ਗੱਲ ਕਰਦੇ ਮੇਰੀ ਆਵਾਜ਼ ਕਿਸੇ ਥਾਂ ਤੱਕ ਪਹੁੰਚਦੀ ਤਾਂ ਸੱਚਮੁੱਚ ਮੈਂ ਸਿਜਦਾ ਤੁਹਾਨੂੰ ਕਰਦੀ ਹਾਂ ਕਿ ਤੁਸੀਂ ਉਹ ਇੱਕ ਸਟੇਜ ਦਿੰਦੇ ਹੋ ਤਾਂ ਹੀ ਮੇਰੇ ਵਰਗੀਆਂ ਆਮ ਨਿਮਾਹੀਆਂ ਔਰਤਾਂ ਕੋਈ ਆਵਾਜ਼ ਚੁੱਕਣ ਜੋਗੀਆਂ ਬਣਦੀਆਂ ਨੇ। ਤੁਹਾਨੂੰ ਜੇ ਕਹਾਣੀ ਜਿੱਥੋਂ ਮੈਂ ਸ਼ੁਰੂ ਕਰਨ ਲੱਗੀ, ਇੱਕ ਆਮ ਜਿਹੀ ਸਧਾਰਨ ਘਰ ਦੀ ਗੱਲ ਕਰਨੀ ਹੈ ਜੀ, ਜਿਹਦੇ ਵਿੱਚ ਹਸਬੈਂਡ ਵਾਈਫ ਸਨ ਜਿਹੜੇ ਘਰ ਦੇ ਵਿੱਚ ਰਹਿੰਦੇ ਸਨ, ਉਹਨਾਂ ਦੇ ਕੋਈ ਔਲਾਦ ਨਹੀਂ ਸੀ ਜੀ। ਬੜਾ ਸੋਹਣਾ ਰਿਸ਼ਤਾ ਨਿਭ ਰਿਹਾ ਸੀ। ਤਾਂ ਉਹਨਾਂ ਨੇ ਹੌਲੀ ਹੌਲੀ ਇਸ ਤਰੀਕੇ ਦਾ ਮਾਹੌਲ ਸਿਰਜਿਆ ਕਿ ਉਹਨਾਂ ਨੂੰ ਯਾਨੀ ਉਹਨੇ ਪਤੀ ਨੇ ਕੰਮ ਤੇ ਜਾਣਾ ਤੇ ਉਹਨੇ ਸਜਾਵਟ ਕਰਨੀ, ਸਾਂਭਣਾ, ਘਰ ਬਾਜ਼ਾਰ ਦਾ ਸਮਾਨ ਲਿਆਉਣਾ, ਯਾਨੀ ਇੱਕ ਬਰਾਬਰ ਦਾ ਯੋਗਦਾਨ ਦੋਵੇਂ ਪਾਉਂਦੇ ਰਹੇ। ਯੋਗਦਾਨ ਦੇ ਵਿੱਚ ਕਦੇ ਕਿਸੇ ਰਿਸ਼ਤੇ ਵਿੱਚ ਤਰੇੜ ਜਿਹੀ ਮਹਿਸੂਸ ਹੋਈ ਨਹੀਂ ਜੀ। ਤੋ ਇਸ ਤਰੀਕੇ ਦਾ ਉਹਨਾਂ ਦਾ ਆਪਸੀ ਰਿਸ਼ਤਾ ਬਣ ਗਿਆ ਜਿੱਥੇ ਕੋਈ ਕਿਸੇ ਥਾਂ ਤੇ ਉਹਨਾਂ ਨੂੰ ਦੀ ਲੋੜ ਮਹਿਸੂਸ ਨਹੀਂ ਸੀ ਹੁੰਦੀ ਜੀ। ਸੋ ਇਸ ਤਰੀਕੇ ਵਧੀਆ ਉਹਨਾਂ ਦੇ ਕੁਝ ਇੱਕ ਦਿਨ ਉਹਦੀ ਉਹ ਪਤਨੀ ਬੜੀ ਉਦਾਸ ਬੈਠੀ ਸੀ। ਕੀ ਹੋ ਮੇਰਾ ਕੁਛ ਫਾਲਤੂ ਸਮਾਨ ਹੈ, ਮੈਂ ਚਾਹੁੰਦੀ ਹਾਂ ਵੀ ਮੈਂ ਪੌੜੀਆਂ ਦੇ ਥੱਲੇ ਥਾਂ ਹੈਗੀ ਉੱਥੇ ਛੋਟਾ ਜਿਹਾ ਕਮਰਾ, ਇੱਕ ਸਟੋਰ ਹਾਊਸ ਵਰਗਾ ਬਣਾ ਲਈਏ ਤੇ ਮੈਂ ਉਸ ਥਾਂ ਤੇ ਸਮਾਨ ਆਪਣਾ ਰੱਖ ਸਕਾਂ, ਮੇਰਾ ਚਿੱਤ ਕਰਦਾ ਜੀ। ਤੇ ਪਤਨੀ ਨੇ ਕਿਹਾ ਵੀ ਦੋ ਤਾਂ ਜਣੇ ਆ, ਸਾਡੇ ਕੀ ਇੰਨਾ ਫਰਕ ਪੈਂਦਾ, ਛੱਡ ਪਰਾਂ। ਉਹ ਕਹਿੰਦੀ ਨਹੀਂ, ਫਿਰ ਵੀ ਕੋਈ ਘਰ ਆਇਆ ਗਿਆ ਮੈਂ ਚਿੱਤ ਕਰਦਾ ਉੱਥੇ ਹੋਵੇ। ਉਹਨੇ ਕਿਹਾ ਵੀ ਤਨਖਾਹ ਉਨੀ ਹੈ ਨਹੀਂ, ਸਰਦੀ ਪੁੱਜਦੀ ਹੈ। ਪਰ ਦੇਖਿਆ ਕਿ ਉਹ ਉਦਾਸ ਹੀ ਰਹਿਣ ਲੱਗ ਗਈ ਤੇ ਉਹਨੂੰ ਫਿਰ ਲੱਗਿਆ ਵੀ ਅੱਛਾ ਚਲੋ ਮੈਂ ਦੁੱਗਣੀਆਂ ਡਿਊਟੀਆਂ ਕਰਦਾ, ਕਿਸੇ ਤਰੀਕੇ ਪੈਸੇ ਇਕੱਠੇ ਕਰਦਾ ਜੀ। ਉਹਨੇ 2 ਮਹੀਨੇ ਲਾ ਕੇ ਕੀਤੇ ਸ਼ੁਰੂ ਕਰਾ ਲਿਆ। ਉਹਨੇ ਯਾਨੀ ਹਰ ਕੰਮ ਕਰਦਾ ਰਿਹਾ। 3 ਮਹੀਨੇ ਤੇ 3 ਮਹੀਨਿਆਂ ਵਿੱਚ ਉਹਨੇ ਅਖੀਰ ਤਿਆਰ ਕਰ ਲਿਆ ਉਹ ਥਾਂ ਜਿੱਥੇ ਉਹਨੂੰ ਲੱਗਿਆ ਕਿ ਹੁਣ ਇਸ ਥਾਂ ਤੇ
ਰੱਖਿਆ ਜਾਣਾ ਸੀ ਤੇ ਕਿਉਂਕਿ ਇਹ ਫालतू ਸਮਾਨ ਰੱਖਿਆ ਜਾਣਾ ਤਾਂ ਜੀ ਕਿਰਪਾ ਕਰਕੇ ਮੈਨੂੰ ਇਹੋ ਜਿਹਾ ਇੱਥੇ ਅਲੱਗ ਦੇ ਦਿਓ ਕਿ ਮੈਂ ਆਪਣਾ ਲੌਕ ਲਾ ਸਕਾਂ, ਬੰਦ ਰੱਖ ਸਕਾਂ, ਯਾਨੀ ਉਹਦੇ ਚ ਆਮ ਆਵਾਜਾਈ ਨਾ ਹੋਵੇ। ਜੀ 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 ਉਹ ਹੈਰਾਨ ਜੀ। ਜਿਹਾ ਹੋਇਆ ਫਤਿਹ ਵੀ ਦੋ ਤਾਂ ਜਣਿਆ ਕਿਹੜੀ ਆਵਾਜਾਈ ਦੀ ਗੱਲ ਕਰਦੇ, ਕਿੰਨਾ ਨਿਆਣਾ ਜਾਣਾ, ਚੱਲ ਹੂੰ ਠੀਕ ਹੈ ਮੈਂ ਕੀ ਲੈਣਾ ਦੇਣਾ ਫालतू ਸਮਾਨ ਕਰਦਾ, ਤੂੰ ਸਾਹਮਣਾ ਘਰ ਤੇ ਲਾ ਲੈ ਉਹਨੂੰ, ਜੰਦਰਾ ਵੀ ਲਾ ਲੈ। ਹੂੰ ਸੋ ਉਹਨੇ ਉੱਥੇ ਆਪਣਾ ਜੰਦਰਾ ਲਾਇਆ ਤੇ ਬੜੇ ਖੁਸ਼, ਉਹ ਫੇਰ ਉਸੇ ਤਰ੍ਹਾਂ ਆਰਾਮ ਨਾਲ ਲੰਘਦੇ ਰਹੇ। ਅਚਨਚੇਤ ਕੀ ਹੋਇਆ ਕਿ ਇੱਕ ਦਿਨ ਪਤੀ ਬਿਮਾਰ ਹੋ ਗਿਆ। ਹੂੰ ਹੁਣ ਉਹ ਉਸ ਦਿਨ ਘਰ ਸੀ, ਉਹਨੂੰ ਬਿਮਾਰੀ ਕੁਛ ਅਜਿਹੀ ਲੱਗੀ ਕਿ 3-4 ਦਿਨ ਘਰ ਰਹਿਣਾ ਪਿਆ। ਹੂੰ ਉਹਨੇ ਦੇਖਿਆ ਕਿ ਉਹਦੀ ਪਤਨੀ ਇਹਨੂੰ ਬਣਾ ਕੇ ਖਾਣਾ ਦੇ ਕੇ ਸਭ ਕੁਝ ਕਰਕੇ ਫਿਰ ਖਰੇ ਕੀ ਕਰਨ ਜਾਂਦੀ, ਉਹ ਸਟੋਰ ਦੇ ਵਿੱਚ ਵੜੀ, ਉੱਥੋਂ ਨਿਕਲਦੀ ਹੋਈ ਨਹੀਂ। ਹੂੰ ਘੰਟਾ ਘੰਟਾ ਲਾ ਆਂਦੀ ਹੈ, ਫੇਰ ਦੁਬਾਰਾ ਦੁਪਹਿਰੇ ਵੀ, ਫੇਰ ਸ਼ਾਮ ਨੂੰ ਵੀ ਕੀ ਇਹੋ ਜਿਹਾ ਉਸ ਥਾਂ ਤੇ ਇਹਨੇ ਵਾੜਤਾ। ਹੂੰ ਉਹਨੇ ਪੁੱਛਿਆ ਵੀ ਕੀ ਇੰਨਾ ਕੰਮ ਉੱਥੇ, ਕੀ ਸਟੋਰ 'ਚ ਵਾਰ-ਵਾਰ ਜਾਈ ਜਾਂਦੀ ਹੈ? ਹੂੰ ਉਹਨੇ ਕਿਹਾ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਦੱਸੋ, ਤੁਹਾਨੂੰ ਮੈਂ ਦੇ ਰਹੀ ਹਾਂ, ਮੈਂ ਤਾਂ ਜੀ ਉੱਥੇ ਸਮਾਨ ਸਾਂਭੀ ਜਾ ਰਹੀ ਹਾਂ, ਜਿਹੜਾ ਜਿਹੜਾ ਚੁੱਕਣਾ ਹੈ ਰੱਖਣਾ ਆਪਣਾ ਕਰਦੀ ਪਈ ਹਾਂ। ਹੂੰ ਗੱਲ ਆਈ ਗਈ ਹੋ ਗਈ, ਉਹਨੇ ਦੇਖਿਆ ਕਿ ਕਾਫੀ ਵਾਰ ਉਸ ਥਾਂ ਤੇ ਜਾਂਦੀ ਹੈ, ਉਹਨੇ ਕਿਹਾ ਰੱਖਦੀ ਹੋਣੀ ਹੈ ਸਮਾਨ, ਆਪੇ ਸਾਂਭੀ ਜਾਵੇ। ਫੇਰ ਅਚਾਨਕ ਇੱਕ ਵਾਰ ਇਸੇ ਤਰ੍ਹਾਂ ਫੇਰ ਜਦੋਂ ਉਹਨੇ ਦੇਖਿਆ ਵੀ ਇਸ ਤਰ੍ਹਾਂ ਛੁੱਟੀ ਵਾਲੇ ਦਿਨ ਐਤਵਾਰ ਫੇਰ ਇਹੀ ਦੌਰ ਜਾਰੀ ਰਿਹਾ, ਹੂੰ ਉਹਨੇ ਕਿਹਾ ਵੀ ਐਡਾ ਕਿਹੜਾ ਸਮਾਨ ਰੱਖਦੀ ਆ ਤੂੰ ਵੀ ਸਾਰਾ ਹੀ ਦਿਨ ਹਰ ਰੋਜ਼ ਉੱਥੇ ਗੇੜੇ ਲਾਈ ਜਾਣਾ, ਇਹੋ ਜਿਹਾ ਕਿਹੜਾ ਹੈਗਾ ਸਮਾਨ। ਜੀ ਖੈਰ ਉਹਨੇ ਫੇਰ ਗੱਲ ਆਈ ਗਈ ਜੀ, ਉਹਨੇ ਕਿਹਾ ਚੱਲ ਦਿਖਾ ਮੈਨੂੰ, ਮੈਂ ਸਮਾਨ ਹੀ ਦੇਖ ਲਵਾਂ ਕੀ ਹੈ। ਹੂੰ ਤੇ ਉਹ ਉਹਨੂੰ ਆਨੇ ਬਹਾਨੇ ਇੱਧਰ ਉੱਧਰ ਲਿਜਾ ਕੇ ਤੇ ਉੱਥੇ ਉਹਨੇ ਜਾਣ ਨਾ ਦਿੱਤਾ। ਜੀ ਹੁਣ ਜਿਵੇਂ ਹੁੰਦਾ ਨਾ ਕੋਈ ਮਨ ਵਿੱਚ ਇੱਕ ਗੰਢ ਜੀ ਵੱਜ ਜਾਂਦੀ ਹੈ ਵੀ ਕੀ ਗੱਲ ਹੈ, ਉੱਥੇ ਸਾਰਾ ਦਿਨ ਕਿਉਂ ਜਾਂਦੀ ਹੈ, ਕੀ ਹੋ ਹੂੰ ਗਿਆ, ਕੋਈ ਮਾਨਸਿਕ ਰੋਗੀ ਬਣ ਗਈ, ਕੀ ਹੈ ਕੀ। ਉਹਨੇ ਇੱਕ ਦਿਨ ਹੁਣ ਜਾਣ ਬੁੱਝ ਕੇ ਕਹਿ ਕੇ ਵੀ ਮੇਰੀ ਮੈਂ ਚੱਲਿਆ ਡਿਊਟੀ ਤੇ ਛੁੱਟੀ ਲੈ ਕੇ ਤੇ ਬਾਹਰ ਖੜ ਗਿਆ ਲੁੱਕ ਕੇ। ਹੂੰ ਉਹਨੇ ਦੇਖਿਆ ਕਿ ਉਹਦੀ ਪਤਨੀ 2 ਪਲੇਟਾਂ ਲੈ ਕੇ, ਯਾਨੀ ਖਾਣੇ ਦੀਆਂ, ਹੂੰ 2 ਗਲਾਸ ਚਾਹ, ਤੇ ਉਹ ਉਸ ਕਮਰੇ ਵੱਲ ਨੂੰ ਜਾ ਰਹੀ। ਜੀ ਬਾਹਰ ਰੱਖਿਆ, ਜੰਦਰਾ ਖੋਲਿਆ, ਦੋਨੋਂ ਪਲੇਟਾਂ ਅੰਦਰ ਲੈ ਕੇ ਗਈ ਤੇ ਉਹਨੇ ਅੰਦਰੋਂ ਕੁੰਡੀ ਲਾ ਲਈ। ਹੂੰ ਹੁਣ ਉਹ ਹੋਰ ਵੀ ਹੈਰਾਨ ਪਰੇਸ਼ਾਨ ਵੀ ਘਰ 'ਚ ਤਾਂ ਅਸੀਂ ਕੁੱਲ 2 ਜਣੇ, ਇਹ ਅੰਦਰ ਰੋਟੀ ਕਿਹਦੀ ਗਈ। ਉਹਨੇ ਕੰਨ ਲਾ ਕੇ ਨੇੜੇ ਸੁਣਨ ਦੀ ਕੋਸ਼ਿਸ਼ ਕੀਤੀ, ਅੰਦਰੋਂ ਤਾਂ ਕੁੰਡੀ ਸੀ। ਜੀ ਉਹਨੇ ਦੇਖਿਆ ਅੰਦਰੋਂ ਕੁਝ ਹਲਕੀ ਹਲਕੀ ਆਵਾਜ਼ ਆ ਰਹੀ। ਹੂੰ ਹੁਣ ਮਨ ਵਿੱਚ ਸ਼ੱਕ ਹੋਣਾ ਸੁਭਾਵਕ ਸੀ, ਉਹਨੂੰ ਲੱਗਿਆ ਵੀ ਇਹਦਾ ਮਤਲਬ ਇਹ ਵੀ ਕਿਸੇ ਹੋਰ ਮਰਦ ਨਾਲ ਸ਼ਾਇਦ ਇਹਦੇ ਤਲਕਾਤ ਨੇ, ਇਸ ਤਰ੍ਹਾਂ ਉਸ ਤਰ੍ਹਾਂ, ਯਾਨੀ ਇਹ ਕੀ ਇਸ ਕਮਰੇ ਦੀ ਗੁੰਝਲ ਬਣ ਗਈ। ਤਾਂ ਉਹਨੇ ਉੱਥੇ ਇੱਕ ਵਾਰ ਤਾਂ ਆਵਾਜ਼ ਨਹੀਂ ਕੀਤੀ, ਲੁੱਕ ਕੇ ਹੀ ਦੇਖਣਾ ਚਾਹਿਆ ਕਿ ਫਿਰ ਦੇਖਦਾ। ਉਹਨੇ ਦੇਖਿਆ ਦੁਪਹਿਰ ਵੇਲੇ ਫੇਰ ਉਹੀ ਵਰਤਾਰਾ, ਹੂੰ ਫੇਰ 2 ਪਲੇਟਾਂ ਚੱਕੀਆਂ, ਗਲਾਸ ਜੀ 2 ਪਾਣੀ ਦੇ, ਫੇਰ ਅੰਦਰ ਚਲੀ ਗਈ। ਹੂੰ ਹੁਣ ਉਸ ਤੋਂ ਰਿਹਾ ਨਾ ਗਿਆ ਵੀ ਇਹ ਕੀ ਚੱਲ ਰਿਹਾ, ਇੱਥੇ ਹੂੰ ਕੀ ਕਰਦੀ ਪਈ ਜੇ। ਹੂੰ ਖਿੱਝ ਕੇ ਅਖੀਰ ਕਿ ਮੈਂ ਰੰਗੇ ਹੱਥੀਂ ਇਹਨੂੰ ਫੜ ਲਵਾਂ, ਇਹਦਾ ਮਤਲਬ ਇਹ ਅੰਦਰੋਂ ਆਵਾਜ਼ ਵੀ ਆਂਦੀ ਹੈ, ਕਿਸੇ ਨਾਲ ਗੱਲ ਵੀ ਕਰਦੀ ਹੈ, ਖਾਣੇ ਵੀ 2-2 ਜਾ ਰਹੇ ਨੇ, ਕੁਛ ਤਾਂ ਗੜਬੜ ਹੈ। ਹੂੰ ਸੋ ਉਹਨੇ ਅਖੀਰ ਜਦੋਂ ਅੰਦਰ ਉਹ ਵੜੀ ਸੀ ਤੇ ਲੱਤ ਮਾਰ ਕੇ ਉਹਨੇ ਪੂਰਾ ਦਰਵਾਜ਼ਾ ਤੋੜ ਦਿੱਤਾ ਵੀ ਰੰਗੇ ਹੱਥੀਂ ਫੜ ਲਵਾਂ। ਹੂੰ ਜਦੋਂ ਦਰਵਾਜ਼ਾ ਖੋਲਿਆ, ਪਤਾ ਜੀ ਉਹਨੂੰ ਅੰਦਰ ਕੀ ਦਿਸਿਆ। ਜੀ ਉਹਦੀ ਮਾਂ ਸੀ, ਮਤਰੇਈ, ਹੂੰ ਯਾਨੀ ਉਸ ਬੰਦੇ ਦੀ ਮਤਰੇਈ ਮਾਂ ਉਸ ਥਾਂ ਤੇ ਅੰਦਰ ਸੀ, ਹੂੰ ਕਾਫੀ ਮਾੜੇ ਹਾਲ ਵਿੱਚ ਸੀ, ਬਿਮਾਰ ਸੀ। ਉਹਦੀ ਦੇਖ ਰੇਖ ਵਿੱਚ ਇਹ ਲੱਗੀ ਸੀ ਤੇ ਉਹ ਹੈਰਾਨ ਪਰੇਸ਼ਾਨ ਹੋ ਗਿਆ, ਉਹਨੂੰ ਕੋਈ ਗੱਲ ਨਾ ਔੜੇ। ਤਾਂ ਉਹਦੀ ਨੇ ਕਿਹਾ ਕਿ ਤੁਸੀਂ ਤਾਂ ਰੱਖਣ ਨਹੀਂ ਸੀ ਚਾਹੁੰਦੇ ਇਹਨੂੰ, ਹੂੰ ਕਿਉਂਕਿ ਮਤਰੇਈ ਸੀ, ਤੁਹਾਡੀ ਸਕੀ ਨਹੀਂ ਸੀ, ਪਰ ਮੈਂ ਉਸ ਹੁੰਦਿਆਂ ਦੇਖਿਆ ਕਿ ਲੋੜ ਹੈ ਤੇ ਕੱਲ ਨੂੰ ਮੇਰੀ ਵੀ ਔਲਾਦ ਕੋਈ ਨਹੀਂ ਹੋਣੀ, ਹੈ ਹੀ ਨਹੀਂ, ਤੇ ਮੈਂ ਤੇ ਰੁਲਾਂਗੀ। ਸੋ ਇੱਕ ਔਰਤ ਜੋ ਦਰਦ ਸਮਝ ਸਕੀ ਇੱਕ ਔਰਤ ਦਾ, ਮੈਂ ਸੋਚਿਆ ਕਿ ਇਸੀ ਥਾਂ ਤੇ ਕੱਲ ਮੈਂ ਦੀ ਤਾਂ ਇੱਕੋ ਤੁਸੀਂ ਡਿਊਟੀ ਲੰਘ ਜਾਣਾ ਤੇ ਮੈਂ ਉਨੀ ਦੇ ਸਕਦੀਆਂ ਸੇਵਾ ਇਸ ਉਮਰ ਵਿੱਚ ਇਹਨਾਂ ਦੀ ਕਰ, ਤਾਂ ਮੈਂ ਉਮੀਦ ਕਰਾਂਗੀ ਸ਼ਾਇਦ ਮੇਰੀ ਲੋੜ ਨੂੰ ਵੀ ਰੱਬ ਕਦੇ ਬੋੜ ਜਾਏਗਾ ਜਦੋਂ ਮੈਂ ਢਿੱਲੀ ਮੱਠੀ ਹੋਣਾ ਜਾਂ ਜ਼ਿੰਦਗੀ ਦੇ ਉਸ ਮੋੜ ਤੇ ਆਣਾ। ਜੀ ਉਹਦਾ ਪਤੀ ਬਹੁਤ ਸ਼ਰਮਿੰਦਾ ਹੋਇਆ,
ਹੂੰ ਕਿ ਮੈਂ ਕੀ ਸੋਚ ਬੈਠਾ ਸਾਂ ਤੇ ਇੱਕ ਤਰੀਕੇ ਦੀ ਨੇ ਅਸਲ ਵਿੱਚ ਸੀ ਕਿ ਬੰਦੇ ਵਿੱਚ ਨੁਕਸ ਲੱਭਿਆ ਸੀ। ਇਹਨੇ ਆਪਣੇ ਉੱਤੇ ਲੈ ਲਿਆ ਸੀ ਕਿ ਮੇਰੇ ਵੀ ਨੁਕਸ ਨਹੀਂ, ਕਿ ਤੁਸੀਂ ਵੀ ਮੇਰੇ ਵਿੱਚ ਕੋਈ ਨਾ ਇਸ ਤਰ੍ਹਾਂ ਦੀ ਗੱਲ ਬੈਠੇ ਤੇ ਔਲਾਦ ਨਹੀਂ ਕਰ ਸਕਦਾ। ਸੋ ਉਹਨੇ ਆਪਣੇ ਤੇ ਸਾਰਾ ਕੁਝ ਲੈ ਕੇ ਇਹ ਯਾਨੀ ਸਾਰਾ ਕੁਝ ਝੱਲ ਲਿਆ ਸੀ। ਜੀ ਹੁਣ ਉਹ ਚੀਜ਼ ਇਹ ਜਦੋਂ ਉਹਨੂੰ ਉਸ ਸਮੇਂ ਖੜੀ ਨੂੰ ਉਹਦੀ ਮਤਰੇਈ ਮਾਂ ਨੇ ਦੱਸੀ ਕਿ ਤੂੰ ਮੈਨੂੰ ਵੀ ਕੱਢ ਦਿੱਤਾ, ਤੂੰ ਆਪਣੇ ਆਪ ਨੂੰ ਵੀ ਨੋਰਮਲ ਆ ਰਿਹਾ, ਪਰ ਜ਼ਰਾ ਵੇਖ ਕਿ ਇਸ ਔਰਤ ਨੇ ਕੀ ਕੁਛ ਝੱਲਿਆ, ਕੀ ਕੁਛ ਜਰਿਆ। ਉਹਦੇ ਬਾਵਜੂਦ ਇਹਨੇ ਕਿਸੇ ਹੋਰ ਬੰਦੇ ਵੱਲ ਨਿਗਾਹ ਨਹੀਂ ਮਾਰੀ ਤੇ ਮੇਰੇ ਵਰਗੀ ਨੂੰ ਜੋ ਸ਼ਾਇਦ ਆਪਣੀ ਮਾਂ ਦੀ ਸਹੀ ਭੂਮਿਕਾ ਨਾ ਨਿਭਾ ਸਕੀ, ਉਹਨੂੰ ਵੀ ਇਸ ਉਮਰ ਵਿੱਚ ਇਹਨੇ ਸਾਂਭਿਆ। ਮੇਰੇ ਲਈ ਤਾਂ ਇਹ ਰੱਬ ਦੀ ਹੈ। ਸੋ ਇਹ ਇੱਕ ਅਸਲ ਘਟਨਾ ਜੇ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ। ਜੀ ਦਰਅਸਲ ਅਸੀਂ ਬਤੌਰ ਡਾਕਟਰ ਹੁੰਦਿਆਂ ਬਹੁਤ ਅਜਿਹੇ ਕੇਸ ਦੇਖਦੇ ਹਾਂ ਜਿੱਥੇ ਬਜ਼ੁਰਗਾਂ ਨੂੰ ਸੁੱਟ ਦਿੱਤਾ ਜਾਂਦਾ ਹੈ। ਕੋਈ ਹਾਲ ਚਾਲ ਪਤਾ ਨਹੀਂ ਕਰਵਾਉਣ ਆਉਂਦਾ, ਹਸਪੀਟਲ ਦੇ ਵਿੱਚ ਉਹਨਾਂ ਨੂੰ ਛੱਡ ਕੇ ਲੋਕ ਤੁਰ ਜਾਂਦੇ ਨੇ। ਮੈਂ ਤਾਂ ਉਹ ਸਮੇਂ ਵੀ ਦੇਖੇ ਨੇ ਕੋਵਿਡ ਵਿੱਚ, ਜਿੱਥੇ ਰੱਜੇ ਪੁੱਜੇ ਘਰਾਂ ਦੇ ਕਾਕੇ ਵੀ ਆਪਣੇ ਮਾਂ ਜਾਂ ਪਿਓ ਦੀ ਮੌਤ ਦੀ ਖਬਰ ਸੁਣ ਕੇ ਲਾਸ਼ ਤੱਕ ਵੇਖਣ ਨਹੀਂ ਸੀ ਆਏ ਕਿ ਸਾਨੂੰ ਨਾ ਕੋਵਿਡ ਹੋ ਜਾਏ। ਪਰ ਅਸਲ 'ਚ ਪਤਾ ਜੇ ਕੀ ਫੋਨ ਆਉਂਦੇ ਸਨ, ਸੁਨੇਹੇ ਆਉਂਦੇ ਸਨ ਕਿ ਵੀ ਉਹਨਾਂ ਦੇ ਜਿਹੜੇ ਕੜਾ ਸੋਨੇ ਦਾ ਪਾਇਆ ਜਾਂ ਮੁੰਦਰੀ ਜਿਹੜੀ ਹੀਰੇ ਦੀ ਹੈ ਉਹ ਲਾ ਕੇ ਦੇ ਦੇਣਾ, ਉਹ ਰੱਖ ਲਿਓ ਲਾ ਕੇ, ਬਾਕੀ ਤੁਸੀਂ ਕਰ ਦਿਓ ਜਿਵੇਂ ਵੀ ਉਹਨਾਂ ਨੂੰ ਕਰਨਾ ਹੈ। ਯਾਨੀ ਇਹ ਅਸਲੀਅਤ ਜਦੋਂ ਦੇਖਣ ਨੂੰ ਮਿਲਦੀ ਜੇ ਨਾ, ਜ਼ਿੰਦਗੀ ਦੇ ਬਹੁਤ ਅਹਿਮ ਹਿੱਸੇ ਸਾਨੂੰ ਹੌਲੀ ਹੌਲੀ ਉਹਨਾਂ ਚੋਂ ਸਮਝ ਆਣੇ ਸ਼ੁਰੂ ਹੁੰਦੇ ਨੇ ਕਿ ਕਿਹੜੀ ਚੀਜ਼ ਦੀ ਅਸੀਂ ਧੌਂਸ ਕਰਦੇ ਹਾਂ, ਕਿਹੜੀਆਂ ਕੁਰਸੀਆਂ, ਕਿਹੜੇ ਰੁਤਬੇ। ਇਹ ਜ਼ਿੰਦਗੀ ਦਾ ਅਗਲਾ ਪਲ ਪਤਾ ਨਹੀਂ, ਪਰ ਉਸ ਜ਼ਿੰਦਗੀ ਵਿੱਚ ਇਹੋ ਜਿਹੇ ਖੂਬਸੂਰਤ ਲੋਕ ਜਦੋਂ ਰੰਗ ਭਰਦੇ ਨੇ ਨਾ, ਕਿ ਉਸ ਔਰਤ ਵਰਗੇ ਜਿਹਨੇ ਪਤੀ ਦੇ ਵਿੱਚ ਨੁਕਸ ਹੁੰਦਿਆਂ ਹੋਇਆ ਆਪਣੇ ਆਪ ਉੱਤੇ ਉਹ ਵੀ ਲਿਆ, ਤੇ ਜਿਸ ਤਰੀਕੇ ਆਪਣੀ ਹੀ ਸੱਸ ਜਿਸਨੂੰ ਕਿ ਪਤੀ ਬਾਹਰ ਸੁੱਟ ਚੁੱਕਿਆ ਹੋਇਆ ਸੀ। ਆਮ ਇਹ ਧਾਰਨਾ ਇਹ ਕਿਹਾ ਜਾਂਦਾ ਹੈ ਕਿ ਸੱਸ ਨੂੰਹ ਦੀ ਲੜਾਈ ਅਜਿਹੀ ਹੈ ਜਿਸ ਵਿੱਚ ਉਹਨੂੰ ਬਾਹਰ ਧੱਕ ਦਿੱਤਾ ਜਾਂਦਾ ਹੈ। ਪਰ ਇਹੋ ਜਿਹੀਆਂ ਐਗਜ਼ਾਮਪਲ ਦੱਬ ਜਾਂਦੀਆਂ ਨੇ ਕਿਤੇ, ਜਿਸ ਥਾਂ ਤੇ ਔਰਤ ਦੀ ਮਹਾਨਤਾ ਦਿੱਤੀ ਕਿ ਇਹ ਸੱਚਮੁੱਚ ਜਦੋਂ ਕਿਸੇ ਦੀ ਪਤਨੀ ਬਣਦੀ ਹੈ, ਕਿਸੇ ਦੀ ਮਾਂ ਬਣਦੀ ਹੈ ਜਾਂ ਧੀ ਹੁੰਦੀ ਹੈ ਜੀ, ਤਾਂ ਕੀ ਕੁਝ ਉਹ ਵੱਖ ਕਰ ਜਾਂਦੀ ਹੈ ਆਪਣੀ ਪਛਾਣ ਗੁਪਤ ਰੱਖਦਿਆਂ ਵੀ। ਸੋ ਮੇਰਾ ਮਕਸਦ ਸੀ ਅੱਜ ਇਸ ਸਾਂਝ ਨਾਲ ਤੁਹਾਡੀ ਸਾਰਿਆਂ ਦੀ ਇੱਕ ਅਸਲ ਘਟਨਾ ਨਾਲ ਸਾਂਝ ਪਾਵਾਂ ਕਿ ਇਹ ਵੀ ਜੇ ਇੱਕ ਜ਼ਿੰਦਗੀ ਦਾ ਪੱਖ ਜਿਸ ਵੱਲ ਧਿਆਨ ਕਰਨ ਦੀ ਲੋੜ ਹੈ ਕਿ ਹਮੇਸ਼ਾ ਨੂੰਹ ਸੱਸ ਦੇ ਰਿਸ਼ਤੇ ਨੂੰ ਵਿਗਾੜ ਕੇ ਦਿਖਾਉਣਾ ਹੀ ਸਹੀ ਨਹੀਂ ਹੁੰਦਾ। ਕਈ ਵਾਰ ਇਹੋ ਜਿਹੇ ਰਿਸ਼ਤੇ ਜੋ ਆਉਂਦੇ ਨੇ, ਇਹੋ ਜਿਹੇ ਇੱਕਾ ਦੁੱਕਾ ਨਹੀਂ, ਅਣਗਿਣਤ ਨੇ, ਜਿਨ੍ਹਾਂ ਥਾਵਾਂ ਵਿੱਚ ਅਸੀਂ ਸ਼ਾਇਦ ਉਸ ਜ਼ਿੰਦਗੀ ਦੇ ਅਸਲ ਰੰਗ ਨੂੰ ਭੁਲਾ ਦਿੰਦੇ ਹਾਂ। ਜੀ ਬਿਲਕੁਲ ਮੈਮ। ਤਾਂ ਜਿਸ ਹਿਸਾਬ ਦੇ ਨਾਲ ਤੁਸੀਂ ਦੱਸਿਆ ਕਿ ਵਾਕਈ ਅਜਿਹੀਆਂ ਉਦਾਹਰਨਾਂ ਨੇ ਜਿਹੜੀਆਂ ਉਹ ਕਿਤੇ ਨਾ ਕਿਤੇ ਲੁਕ ਛਿਪ ਜਾਂਦੀਆਂ ਨੇ, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਤਾਂ ਹਮੇਸ਼ਾ ਇਹੀ ਹੈ ਕਿ ਪੁੱਤ ਵੱਲੋਂ, ਨੂੰਹ ਵੱਲੋਂ ਮਾਵਾਂ ਨੂੰ ਧੱਕਾ ਦੇ ਦਿੱਤਾ ਗਿਆ ਤਾਂ ਸਾਂਭਣ ਵਾਲੇ ਵੀ ਬਹੁਤ ਹੁੰਦੇ ਨੇ, ਪਰ ਉਹ ਕਹਿੰਦੇ ਨੇ ਫਿਰ ਕਿ ਤਾੜੀ ਵੀ ਇੱਕ ਹੱਥ ਨਾਲ ਨਹੀਂ ਵੱਜਦੀ, ਤਾਂ ਕੁਛ ਨਾ ਕੁਛ ਜ਼ਿੰਦਗੀ 'ਚ ਅਜਿਹਾ ਰਿਹਾ ਹੁੰਦਾ ਜਿਸ ਕਰਕੇ ਝਗੜੇ ਹੋ ਜਾਂਦੇ ਨੇ। ਪਰ ਬਜ਼ੁਰਗ ਅਵਸਥਾ ਦੇ ਵਿੱਚ ਮਾਂ-ਬਾਪ ਸਾਹਮਣੇ ਬੇਹੱਦ ਜ਼ਰੂਰੀ ਨੇ, ਕਿਉਂਕਿ ਇੱਕ ਜ਼ਿੰਮੇਵਾਰੀ ਹੁੰਦੀ ਹੈ ਕਿ ਛੋਟੇ ਹੁੰਦਿਆਂ ਨੂੰ ਸਾਨੂੰ ਵੀ ਉਹਨਾਂ ਨੇ ਪਾਲਿਆ ਹੁੰਦਾ। ਸੋ ਅਸੀਂ ਆਪਣਾ ਫਰਜ਼ ਸਮਝੀਏ ਤਾਂ ਅਸੀਂ ਬਜ਼ੁਰਗਾਂ ਨੂੰ ਉਹਨਾਂ ਦਾ ਬਣਦਾ ਮਾਣ ਸਤਿਕਾਰ ਹੈ ਜਿਹੜਾ ਉਹ ਜ਼ਰੂਰ ਦੇਣਾ ਚਾਹੀਦਾ। ਸੋ ਅੱਜ ਦੀ ਕਹਾਣੀ ਹਰ ਇੱਕ ਘਰ ਦੀ ਕਹਾਣੀ ਆ। ਬਹੁਤ ਸਾਰੇ ਲੋਕ ਨੇ ਜਿਹੜੇ ਉਹ ਆਪਣੇ ਤੇ ਲਾ ਕੇ ਚੱਲ ਰਹੇ ਹੋਣਗੇ ਕਿ ਹਾਂ ਸਾਡੀ ਜ਼ਿੰਦਗੀ ਦੇ ਵਿੱਚ ਵੀ ਇਹ ਚੱਲ ਰਿਹਾ ਹੈ, ਸਾਨੂੰ ਕੀ ਕਰਨਾ ਚਾਹੀਦਾ ਹੈ। ਜਾਂ ਬਹੁਤ ਸਾਰੇ ਐਸੇ ਲੋਕ ਹੋਣਗੇ ਜੋ ਆਪਣੇ ਮਾਪਿਆਂ ਦੀ ਬਹੁਤ ਜ਼ਿਆਦਾ ਸੇਵਾ ਕਰਦੇ ਹੋਣਗੇ, ਕਿਉਂਕਿ ਕਮਾਈਆਂ ਕਰਨ ਦੇ ਲਈ ਸਮਾਂ ਜਿਹੜਾ ਉਹ ਕੱਢਣਾ ਬੇਹੱਦ ਔਖਾ ਹੈ। ਤਾਂ ਉਸ ਔਖੇ ਸਮੇਂ ਦੇ ਵਿੱਚ ਉਹ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਨਾ ਹੋਰ ਵੀ ਜ਼ਿਆਦਾ ਬੇਹੱਦ ਔਖਾ ਹੈ, ਤੇ ਉਹ ਨੌਕਰੀ ਨਾਲੋਂ ਵੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਕਿਉਂਕਿ ਮਾਂ-ਬਾਪ ਜਿਨ੍ਹਾਂ ਨੇ ਸਾਨੂੰ ਦੁਨੀਆਦਾਰੀ ਸਿਖਾਈ ਹੁੰਦੀ ਹੈ, ਜੱਗ ਦਿਖਾਇਆ ਹੁੰਦਾ, ਉਹਨਾਂ ਦੀ ਸੇਵਾ ਕਰਨੀ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਕੋਸ਼ਿਸ਼ ਕਰੀਏ ਕਿ ਮਨਮੁਟਾਵ
ਦਿਲ ਦੇ ਖਤਮ ਕਰਕੇ ਅਸੀਂ ਆਪਣੇ ਮਾਪਿਆਂ ਨੂੰ, ਅਸੀਂ ਆਪਣੇ ਸਹੁਰਿਆਂ ਨੂੰ ਸਾਂਭੀਏ ਤਾਂ ਕਿ ਅਸੀਂ ਵੀ ਰਹਿੰਦੀ ਦੁਨੀਆ ਤੱਕ ਇੱਕ ਮਿਸਾਲ ਹੈ ਜਿਹੜੀ ਉਹ ਕਾਇਮ ਕਰ ਸਕੀਏ। ਸੋ ਇਸ ਤੋਂ ਬਾਅਦ ਅਸੀਂ ਜਿਵੇਂ ਸ਼ੁਰੂਆਤ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਅੱਜ ਦੇ ਟੌਪਿਕ ਬਾਰੇ ਵਿਸ਼ੇਸ਼ ਟੌਪਿਕ ਹੈ ਜਿਸ ਤੇ ਗੱਲਬਾਤ ਕਰਨੀ ਬਣਦੀ ਹੈ। ਤਾਂ ਪਹਿਲਾ ਸਵਾਲ ਮੈਮ ਮੇਰਾ ਹੀ ਰਹੇਗਾ ਕਿ ਸਿੱਖਾਂ ਦੀ ਕਿਰਦਾਰ ਕੁਸ਼ੀ ਕਿਉਂ ਕੀਤੀ ਜਾ ਰਹੀ ਹੈ? ਇਸ ਤੋਂ ਤੁਸੀਂ ਕੀ ਸਮਝਦੇ ਹੋ? ਹਾਂ, ਦੇਖੋ, ਇੱਕ ਵੱਖ ਧਰਮ ਨਾਲ ਸੰਬੰਧਿਤ ਹੋਣਾ, ਹੂੰ ਧਰਮ ਦਰਅਸਲ ਆਪਣੇ ਅੰਦਰ ਨਾਲ ਤੁਹਾਡੇ ਸੰਬੰਧ ਰੱਖਦਾ ਜੇ। ਜੋ ਬਾਹਰ ਅਸੀਂ ਦਿਖਦੇ ਹਾਂ, ਸਾਨੂੰ ਸਭ ਤੋਂ ਵੱਡਾ ਅਹਿਮ ਸਾਡਾ ਧਰਮ ਇਨਸਾਨੀਅਤ ਦਾ ਹੋਣਾ ਚਾਹੀਦਾ, ਹੂੰ ਜਿਸ ਵਿੱਚ ਜਾਤ ਪਾਤ ਜਾਂ ਊਚ ਨੀਚ ਨਹੀਂ ਹੋਣੀ ਚਾਹੀਦੀ। ਹੂੰ ਜਿਸ ਵੀ ਧਰਮ ਨੂੰ ਅਸੀਂ ਮੰਨਦੇ ਹੋਈਏ, ਉਹ ਧਰਮ ਆਪਣੇ ਆਪ ਵਿੱਚ ਹੀ ਸੰਪੂਰਨ ਤਾਂ ਬਣਦਾ ਜੇ ਉਹਨੂੰ ਮੰਨਣ ਵਾਲੇ ਸਭ ਤੋਂ ਪਹਿਲ ਦਿੰਦੇ ਹੋਣ ਇਨਸਾਨੀਅਤ। ਜੀ ਸਾਡੇ ਅਫਸੋਸ ਕਿ ਕਈ ਵਾਰ ਸਿਆਸੀ ਕੁਝ ਅਜਿਹੇ ਹੁੰਦੇ ਨੇ ਲੋਕ ਜਿਨ੍ਹਾਂ ਨੇ ਆਪਣੀ ਕੁਰਸੀ ਨੂੰ ਬਚਾਉਣ ਲਈ ਹੂੰ ਆਪਣੇ ਸੋਚ ਜਿਹੜੀ ਹੈ ਉਹ ਇੰਨੀ ਕੁ ਵਿਗਾੜ ਭਰੀ ਬਣਾ ਦਿੰਦੇ ਨੇ ਕਿ ਉਹ ਸਾਰੇ ਸਮਾਜ ਨੂੰ ਹੀ ਗੰਧਲਾ ਕਰ ਦਿੰਦੀ। ਜੀ ਉਹਦੇ ਵਾਸਤੇ ਉਹਨਾਂ ਨੂੰ ਲੱਗਦਾ ਹੈ ਕਿ ਪਾੜੋ ਤੇ ਰਾਜ ਕਰੋ ਦੀ ਨੀਤੀ ਅੱਜ ਵੀ ਓਨੀ ਹੀ ਵਧੀਆ ਤੁਰਦੀ ਜੇ। ਸੋ ਉਹ ਜੇ ਕਾਰਨ ਜਿਸ ਵਿੱਚ ਉਹਨਾਂ ਨੇ ਨਾ ਸਿਰਫ ਆਪਣੇ ਨਾਲਦਿਆਂ ਨੇ, ਕਿਉਂਕਿ ਉਹ ਕੁਰਬਾਨ ਕਰ ਜਾਂਦੇ ਨੇ ਆਪਣੀ ਹੀ ਪਾਰਟੀ ਦੇ ਨੁਮਾਇੰਦਿਆਂ ਨੂੰ ਕਿ ਫਲਾਣੇ ਦਾ ਕਤਲ ਕਰਾ ਦਿਓ, ਫਲਾਣੇ ਤੇ ਹੱਲਾ ਕਰਵਾ ਦਿਓ, ਤੇ ਫਿਰ ਕਹਿ ਦਿਓ ਕਿ ਫਲਾਣਾ ਇਹ ਦੂਸਰੀ ਪਾਰਟੀ ਵਾਲੇ ਨੇ ਮਰਵਾਇਆ। ਫਿਰ ਇੱਥੇ ਤੱਕ ਤੁਰ ਜਾਣਾ ਕਿ ਆਪ ਹੀ ਦੰਗੇ ਕਰਵਾ ਦੇਣੇ ਤੇ ਨਾਮ ਕਿਸੇ ਹੋਰ ਧਰਮ ਦਾ ਲਾ ਦੇਣਾ। ਫਿਰ ਆਪਣੇ ਹੱਥੋਂ ਕਿਸੇ ਇੱਕ ਧਰਮ ਦੇ ਲੋਕਾਂ ਨੂੰ ਮਰਵਾ ਕੇ ਤੇ ਉੱਥੇ ਧਾਰਮਿਕ ਥਾਂ ਤੇ ਕੁਛ ਅਜਿਹੀ ਚੀਜ਼ ਛੱਡ ਜਾਣੀ ਜਾਂ ਉੱਥੇ ਨਿਰਾਦਰ ਕਰਨਾ ਉਸ ਧਰਮ ਦਾ, ਜੀ ਜਿਸ ਨਾਲ ਲੋਕਾਂ ਦਾ ਭੜਕ ਜਾਣਾ, ਸੋਚਣ ਸਮਝਣ ਦੀ ਸ਼ਕਤੀ ਖਤਮ ਹੋ ਜਾਣੀ, ਆਪੋ ਵਿੱਚ ਭਿੜ ਕੇ ਲੋਕ ਮਰਵਾ ਕੇ ਫਿਰ ਜਦੋਂ ਉਹਨਾਂ ਨੇ ਸੰਭਲਣਾ, ਜੀ ਫਿਰ ਇਹੀ ਲੋਕ ਆਪਣੇ ਆਪ ਨੂੰ ਸਥਾਪਿਤ ਕਰ ਜਾਂਦੇ ਨੇ ਕਿ ਇਹ ਜੋ ਭੈ ਦਾ ਮਾਹੌਲ ਏ, ਇਹਦੇ ਵਿੱਚ ਅਸੀਂ ਹੀ ਤੁਹਾਨੂੰ ਬਚਾ ਸਕਦੇ ਹਾਂ, ਜਦ ਕਿ ਕਰਨ ਵਾਲੇ ਵੀ ਉਹੀ ਹੁੰਦੇ ਨੇ। ਹੂੰ ਮੈਂ ਜਿਸ ਤਰੀਕੇ ਦੀ ਨਸਲਕੁਸ਼ੀ ਇਸ ਵੇਲੇ ਹੋਈ ਸੀ, ਜੋ 1984 ਜੋ ਹੁਣ ਦੁਨੀਆ ਭਰ ਵਿੱਚ ਇਸ ਵੇਲੇ ਸਾਬਤ ਹੋ ਚੁੱਕੀ ਹੈ, ਜੀ ਉਹਨੂੰ ਵੀ ਜਦੋਂ ਉਹਦਾ ਵਰਤਾਰਾ ਕਿ ਹਰ ਵਾਰ ਚੋਣਾਂ ਦੇ ਨੇੜੇ ਉਹ ਜ਼ਖਮ ਉਹਨਾਂ ਸਮਿਆਂ ਦੇ ਕੁਰੇਦਣੇ ਸਿਰਫ ਉਹਦੇ ਵਿੱਚੋਂ ਕੁਝ ਸਮੇਂ ਲਈ ਲਾਹਾ ਲੈਣ ਵਾਸਤੇ ਵਾਕਈ ਬੜੇ ਦੁਖਦਾਈ ਨੇ। ਜਿਨ੍ਹਾਂ ਨੇ ਉਹ ਹੰਢਾਇਆ ਹੁੰਦਾ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਸਾਡੇ ਨਾਲ ਕੀ ਕੀਤਾ ਜਾ ਰਿਹਾ, ਸਾਨੂੰ ਨਿਆਂ ਤਾਂ ਕਦੇ ਮਿਲਿਆ ਹੀ ਨਹੀਂ। ਪਰ ਜਿਨ੍ਹਾਂ ਨੇ ਵਕਤੀ ਤੌਰ ਤੇ ਸਿਰਫ ਆਪਣੀ ਜ਼ਬਾਨ ਹਿਲਾਣੀ ਹੈ, ਜ਼ਹਿਰ ਉਗਲਣਾ ਹੈ ਤੇ ਇਸ ਤਰੀਕੇ ਦੀ ਹਾਲਾਤ ਵਿੱਚੋਂ ਫਾਇਦਾ ਲੈ ਜਾਣਾ ਹੈ, ਉਹ ਸ਼ਾਇਦ ਆਮ ਲੋਕ ਹਾਲੇ ਵੀ ਸਮਝੇ ਨਹੀਂ। ਜੀ ਕਿਰਦਾਰ ਕੁਸ਼ੀ ਸਿਰਫ ਉਸੇ ਦੀ ਹੀ ਕੀਤੀ ਜਾਂਦੀ ਜੇ ਜਿਹਦਾ ਕਿਰਦਾਰ ਹੋਵੇ। ਕਿਰਦਾਰ ਵੀ ਅਜਿਹਾ ਹੋਵੇ ਜਿਹੜਾ ਇੰਨਾ ਉੱਚਾ ਹੋਵੇ ਕਿ ਉਸ ਥਾਂ ਤੱਕ ਪਹੁੰਚ ਨਾ ਕਰ ਸਕਦੇ ਹੋਵੇ। ਯਾਨੀ ਜਾਣੀ ਬੁੱਝੀ ਗੱਲ ਹੈ, ਅੰਗਰੇਜ਼ੀ ਦੀ ਕਹਾਵਤ ਵੀ ਹੈ ਕਿ ਲੋਕ ਇਹ ਤਰਜੀਹ ਦਿੰਦੇ ਨੇ ਜਦੋਂ ਆਪਣੀ ਲਾਈਨ ਲੰਬੀ ਨਾ ਹੋ ਸਕੇ ਦੂਜੇ ਦੀ ਲਾਈਨ ਛੋਟੀ ਕਰ ਦਿਓ। ਜੀ ਜੀ ਬਿਲਕੁਲ। ਹੁਣ ਕਿਰਦਾਰ ਜੇ ਇਹ ਅਸੀਂ ਖਾਸ ਤੌਰ ਤੇ ਜ਼ਿਕਰ ਤੁਸੀਂ ਕੀਤਾ ਸਿੱਖਾਂ ਦਾ, ਜਿਵੇਂ ਉਸਨੂੰ ਨੀਵਾਂ ਵਿਖਾਉਣਾ ਜਾਂ ਉਸਨੂੰ ਇੱਕ ਵੱਖਵਾਦੀ ਦਰਸਾਉਣਾ ਜਾਂ ਉਸ ਤੋਂ ਲੋਕਾਂ ਨੂੰ ਭੈ ਆਵੇ, ਉਹਨੂੰ ਬਹੁਤ ਮਾੜੇ ਕਰਕੇ ਦਿਖਾਣਾ, ਲੁੱਟਾ ਖੋਆ ਕਰਨ ਵਾਲੇ ਜਾਂ ਉਹ ਸ਼ਬਦ ਵਰਤਨੇ ਜਿਹੜੇ ਮੈਂ ਵਰਤਣੇ ਹੀ ਨਹੀਂ ਚਾਹੁੰਦੀ। ਤਾਂ ਮੈਂ ਅੱਜ ਕੁਝ ਕੁ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸਾਡੇ ਸ਼ਹੀਦ ਜਿਹੜੇ ਜਿਨ੍ਹਾਂ ਦੇ ਸਦਕਾ ਮੁਲਕ ਦੀਆਂ ਸਰਹੱਦਾਂ ਅੱਜ ਸਾਬਤ ਨੇ, ਉਹਨਾਂ ਦਾ ਥੋੜਾ ਜਿਹਾ ਜ਼ਿਕਰ ਕਰਨਾ ਚਾਹਾਂਗੀ, ਜਿਨ੍ਹਾਂ ਵਿੱਚ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਦਾ ਇੱਕ ਨਾਮ ਲੈ ਕੇ ਦੱਸਦੇ ਹਾਂ, ਜਿਨ੍ਹਾਂ ਨੂੰ ਦੁਨੀਆ ਅੱਜ ਵੀ ਡਰੈਗਨ ਕਿਲਰ ਦੇ ਨਾਂ ਨਾਲ ਜਾਣਦੀ ਹੈ। ਜੀ ਹੁਣ ਸਨ 1962 ਤੋਂ ਚੀਨੀਆਂ ਨੇ ਇਹਨਾਂ ਨੂੰ ਬੜਾ ਤਗੜਾ ਯਾਦ ਰੱਖਿਆ ਹੋਇਆ। ਅੱਜ ਵੀ ਜੇ ਕਿਸੇ ਤੁਸੀਂ ਇਤਿਹਾਸ ਜੇ ਚੀਨ ਦਾ ਕਿਤੇ ਪੜ੍ਹਨਾ ਹੋਏ, ਉਸ ਚ ਡਰੈਗਨ ਕਿਲਰ ਦਾ ਨਾਮ ਖਾਸ ਤੌਰ ਤੇ ਲਿਆ ਜਾਂਦਾ ਜੇ। ਜੇ ਕਦੇ ਲੱਦਾਖ ਜਾਣ ਦਾ ਮੌਕਾ ਬਣੇ, ਉੱਥੇ ਬੋਧੀਆਂ ਨਾਲ ਕਦੇ ਗੱਲ ਕਰਿਓ। ਮੈਂ ਗੱਲ ਕੀਤੀ ਹੋਈ ਹੈ ਤੇ ਜਿਸ ਤਰੀਕੇ ਲੋਕਾਂ ਨੇ ਵੀ ਗੱਲ ਸਾਂਝ ਕੀਤੀ, ਉਹ ਕਹਿੰਦੇ ਨੇ ਕਿ ਇਹ ਸਾਡੇ ਤਾਂ ਅਸੀਂ ਇਹੋ ਜਿਹੀ ਚੀਜ਼ ਇਤਿਹਾਸ ਵਿੱਚ ਵੇਖੀ ਸੁਣੀ ਨਹੀਂ ਕਿ ਅਸੀਂ ਇੱਕ ਮਹਾਨ ਯੋਧੇ ਨੂੰ ਯਾਦ ਕਰਦੇ ਹਾਂ ਜਿਸ ਸਦਕਾ ਲੱਦਾਖ ਅੱਜ ਹਿੰਦੁਸਤਾਨ ਦਾ, ਭਾਰਤ ਦਾ ਹਿੱਸਾ ਜੀ।
ਹੁਣ ਉਹਦੇ ਵਿੱਚ ਬਹੁਤ ਸਾਰੇ ਲਾਮਾ ਨੇ ਜਿਨ੍ਹਾਂ ਨੇ ਆਪਣੇ ਗੋਂਪੇ ਦੇ ਅੰਦਰ ਵੀ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਦਾ ਚਿੱਤਰ ਬਣਾ ਕੇ ਜਾਂ ਨਾਮ ਲਿਖ ਕੇ ਉਹਨਾਂ ਨੂੰ ਯਾਦ ਕੀਤਾ ਹੋਇਆ। ਮੋਨੈਸਟਰੀਜ਼ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਯਾਦਗਾਰਾਂ ਬਣੀਆਂ ਹੋਈਆਂ ਨੇ। ਜੀ ਕਮਾਲ ਇਹ ਵੇਖੋ ਕਿ ਲੋਕ ਗੀਤ ਜਿਹੜੇ ਉੱਥੋਂ ਦੇ ਨੇ ਲੱਦਾਖ ਵਿੱਚ, ਉਹਦੇ ਵਿੱਚ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਦਾ ਜ਼ਿਕਰ ਕੀਤਾ ਜਾਂਦਾ ਜੇ। ਜੰਮੂ ਦੇ ਵਿੱਚ ਚੌਂਕ ਤੱਕ ਬਣਿਆ ਜੇ, ਬੁੱਤ ਉਹਨਾਂ ਦਾ ਲੱਗਿਆ। ਹੂੰ ਯਾਨੀ ਜਿਸ ਤਰੀਕੇ ਦੀ ਬਹਾਦਰੀ ਉਹਨਾਂ ਨੇ ਉਸ ਸਮੇਂ ਵਿਖਾਈ ਸੀ, ਹੂੰ ਉਹ ਲਾਸਾਨੀ ਬਹਾਦਰੀ ਵਿੱਚ ਲੱਦਾਖ ਦੇ ਵਿੱਚ ਜੋ ਬੋਧੀ ਇਸ ਵੇਲੇ ਯਾਦ ਕਰਦੇ ਨੇ, ਲਾਮੇ ਯਾਦ ਕਰਦੇ ਨੇ, ਪਤਾ ਜੀ ਕਿਸ ਤਰ੍ਹਾਂ ਯਾਦ ਕਰਦੇ ਨੇ? ਜੀ ਉਹ ਤਾਂ ਖੁਦਾ ਸੀ, ਰੱਬ ਸੀ। ਉਹ ਤਾਂ ਇਸ ਤਰੀਕੇ ਦਾ ਬਹਾਦਰ ਸੀ ਜਿਹਦਾ ਮੁਕਾਬਲਾ ਕਦੇ ਕੋਈ ਕਰ ਹੀ ਨਹੀਂ ਸਕਦਾ। ਜੋ ਜਾਂਬਾਜ਼ ਨਾ ਹੁੰਦਾ, ਹੂੰ ਅਸੀਂ ਸ਼ਾਇਦ ਅੱਜ ਆਜ਼ਾਦ ਹਵਾ ਵਿੱਚ ਸਾਹ ਨਾ ਲੈ ਰਹੇ ਹੁੰਦੇ। ਇਸ ਤਰੀਕੇ ਦੀ ਜਦੋਂ ਉਹ ਕਹਿੰਦੇ ਨੇ ਕਿ ਪੁਸ਼ਤਾਂ ਸਾਡੀਆਂ ਯਾਦ ਰੱਖਣ ਇਹੋ ਜਿਹਾ ਬਹਾਦਰ ਕੋਈ ਸੀ, ਤਾਂ ਅਸੀਂ ਇਸੇ ਲਈ ਆਪਣੇ ਲੋਕ ਗੀਤਾਂ ਵਿੱਚ ਉਹਨੂੰ ਯਾਦ ਰੱਖਦੇ ਹਾਂ, ਸਲਾਮ ਕਰਦੇ ਹਾਂ ਅਸੀਂ ਆਪਣੇ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਨੂੰ, ਜਿਨ੍ਹਾਂ ਨੇ ਆਪ ਇਕੱਲੇ ਤੌਰ ਤੇ ਇਸ ਜੀ ਤਰੀਕੇ ਦੇ ਯਾਨੀ ਕਮਾਲ ਦੇ ਫੁਰਤੀ ਦੇ ਨਾਲ, ਜਿਵੇਂ ਚੀਨੀ ਉਦੋਂ ਵੱਡੇ ਸਨ, ਤੁਸੀਂ ਆਪ ਹੀ ਸੋਚ ਲਓ ਜਦੋਂ ਦੁਸ਼ਮਣ ਕਿਸੇ ਨੂੰ ਯਾਦ ਕਰਨ ਲੱਗ ਜਾਏ ਤਾਂ ਉਹ ਤਾਰੀਫ ਜਿਹੜੀ ਹੁੰਦੀ ਜੇ ਉਹਨੂੰ ਦਰਬੇ 100 ਕਰ ਲੈਣੀ ਚਾਹੀਦੀ ਹੈ, ਕਿਉਂਕਿ ਦੁਸ਼ਮਣ ਕਦੇ ਤਾਰੀਫ ਨਹੀਂ ਕਰਦਾ। ਬਿਲਕੁਲ ਬਿਲਕੁਲ ਇੰਝ ਹੀ ਜੇ ਆਪਾਂ ਗੱਲ ਕਰਦੇ ਹਾਂ ਕਿ ਮੈਮਨ ਸਿੰਘ ਤੇ ਮਾਧੋਪੁਰ ਅੱਜ ਜੇ ਭਾਰਤ ਦਾ ਹਿੱਸਾ ਨੇ, ਤਾਂ ਉਹ ਵੀ ਇੱਕ ਅਜਿਹਾ ਯੋਧਾ ਸੀ ਜਿਹੜਾ ਮਹਾਵੀਰ ਚੱਕਰ ਵਿਜੇਤਾ ਬ੍ਰਿਗੇਡੀਅਰ ਸੰਤ ਸਿੰਘ ਸਨ। ਹੂੰ ਸੰਤ ਸਿਪਾਹੀ ਵਜੋਂ ਜਾਣੇ ਜਾਂਦੇ ਸਨ, ਯਾਨੀ ਨਿਮਰਤਾ ਦੀ ਮੂਰਤ। ਪਰ ਬਹਾਦਰੀ ਦੇ ਵਿੱਚ ਜੇ ਤੁਸੀਂ ਜ਼ਿਕਰ ਕਰੋਗੇ ਤਾਂ ਭਾਰਤ ਸਰਕਾਰ ਵੱਲੋਂ ਹੀ ਇਹ ਦਰਜ ਜੇ ਆਪਣੇ ਫੌਜ ਦੇ ਇਤਿਹਾਸ ਵਿੱਚ ਕਿ ਫੌਜ ਦੇ ਚਮਕਦੇ ਸਿਤਾਰਿਆਂ ਵਿੱਚੋਂ ਜੇ ਸਿਖਰਲਾ ਕੋਈ ਜਾਂਬਾਜ਼ ਵੇਖਣਾ ਹੋਏ ਜੀ ਤਾਂ ਉਹ ਮਹਾਵੀਰ ਚੱਕਰ ਵਿਜੇਤਾ ਬ੍ਰਿਗੇਡੀਅਰ ਸੰਤ ਸਿੰਘ। ਜੀ ਬਾਬਤ ਉਹਨਾਂ ਦੇ ਬਾਰੇ ਜੋ ਸ਼ਬਦ ਵਰਤੇ ਜਾਂਦੇ ਨੇ ਕਿ 1.25 ਲੱਖ ਨਾਲ ਇੱਕ ਲੜਨ ਵਾਲਾ ਜੇ ਕਿਸੇ ਨੇ ਵੇਖਣਾ ਹੋਏ ਤਾਂ ਇਹੋ ਸੀ। ਤੱਕ ਮੈਂ ਇਸ ਕਾਰਨ ਤੁਹਾਨੂੰ ਇਹਦਾ ਥੋੜਾ ਜਿਹਾ ਪਿਛੋਕੜ ਜ਼ਿਕਰ ਕਰਨਾ ਚਾਹਾਂਗੀ ਕਿ ਆਪਾਂ ਜੇ 1699 ਦੀ ਵਿਸਾਖੀ ਦੇਖੀਏ ਜੀ ਤਾਂ ਜਿਸ ਤਰੀਕੇ ਦੇ ਆਮ ਲੋਕਾਂ ਦੇ ਵਿੱਚੋਂ ਸਿਰਲੱਥ ਯੋਧੇ ਤਿਆਰ ਕੀਤੇ ਗਏ ਸਨ, ਉਹਦੇ ਵਿੱਚ ਇੱਕ ਪਾਸਾ ਸੀ ਨਿਮਰਤਾ, ਹਲੀਮੀ, ਉਹਦਾ ਸਿਖਰ। ਦੂਜੇ ਪਾਸੇ ਸੀ ਇੱਕ ਅਜਿਹਾ ਯੋਧਾ ਤਿਆਰ ਕਰਨਾ ਜਿਹਦੇ ਅੱਗੇ ਕੋਈ ਟਿਕ ਨਾ ਸਕੇ, 1.25 ਲੱਖ ਨਾਲ ਭਿੜ ਜਾਣ ਵਾਲਾ ਤੇ ਆਪਣੀ ਮੌਤ ਮਿਸਾਲੀ ਵਿਖਾਉਣ ਵਾਲਾ। ਇਹੋ ਜਿਹਾ ਕਿਸੇ ਵੀ ਕਿਰਦਾਰ ਵਿੱਚ ਇੰਨਾ ਜ਼ਿਆਦਾ ਐਕਸਟ੍ਰੀਮ ਜਿਹੜੀ ਚੇਂਜ ਕਿ ਇੱਕ ਪਾਸੇ ਦੀ ਸਿਖਰ ਹਲੀਮੀ ਦੀ, ਨਿਮਰਤਾ ਦੀ, ਦੂਜਿਆਂ ਲਈ ਆਪਣੇ ਆਪ ਨੂੰ ਹਾਜ਼ਰ ਕਰਨਾ, ਹਮੇਸ਼ਾ ਆਪਣੀ ਜਾਨ ਤੱਕ ਵਾਰ ਦੇਣੀ ਤੋਂ ਲੈ ਕੇ ਦੂਸਰੀ ਸਿਖਰ ਕਿ ਜਿਸਨੇ ਇਸ ਮੁਲਕ ਦੇ ਵਿੱਚ 2 ਹਿੱਸੇ ਜੋੜ ਦਿੱਤੇ ਹੋਣ, ਜਿਸ ਸਦਕਾ ਭਾਰਤ ਦਾ ਮੈਮਨ ਸਿੰਘ ਤੇ ਮਾਧੋਪੁਰ ਅੱਜ ਸਾਡੇ ਹਿੱਸੇ ਗਿਣੇ ਜਾਂਦੇ ਹੋਣ, ਫਿਰ ਉਹ ਵੀ ਯਾਨੀ ਇਸ ਭਾਰਤ ਸਰਕਾਰ ਵੱਲੋਂ ਹੀ ਮਹਾਵੀਰ ਚੱਕਰ ਵਿਜੇਤਾ ਮਿਲਿਆ ਹੋਣਾ। ਤੇ ਪਤਾ ਜੇ ਇੱਕ ਨਹੀਂ 2 ਜੰਗਾਂ ਦੇ ਵਿੱਚ ਇਹਨਾਂ ਨੂੰ ਮਿਲਿਆ, ਯਾਨੀ ਸਾਡਾ ਸੂਰਬੀਰ ਖਾਲਸਾ ਜਿਸ ਨੂੰ ਉਹਨਾਂ ਦੇ ਨਾਂ ਦਿੱਤਾ, ਫਖਰ ਨਾਲ ਸਿਰ ਉੱਚਾ ਹੋ ਜਾਂਦਾ ਕਿ 1965 ਤੇ 71 ਵਿੱਚ ਜਦੋਂ ਪਾਕਿਸਤਾਨ ਦੇ ਫੌਜੀਆਂ ਨੂੰ ਖਦੇੜ ਕੇ ਉਹਨਾਂ ਨੇ ਇਹ ਹਿੱਸੇ ਸਾਡੇ ਨਾਲ ਮਿਲਾਏ, ਉਹ ਬਹਾਦਰੀਆਂ ਦੀਆਂ ਜੋ ਮਿਸਾਲਾਂ ਉਹਨਾਂ ਦੀ ਇੱਕ ਜੰਗ ਦੇ ਵਿਚਲੇ ਜੋ ਹਿੱਸੇ ਸੀ ਉਹ ਕਿਸ ਤਰੀਕੇ ਪੜ੍ਹਾਏ ਜਾਂਦੇ ਨੇ, ਦੱਸਿਆ ਜਾਂਦਾ ਹੈ ਕਿ ਇਹ ਜੇ ਢੰਗ ਤਰੀਕੇ ਜਿਹੜੇ ਜੰਗ ਵਿੱਚ ਲੜਦੇ ਨੇ, ਕਿਵੇਂ ਇਕੱਲਾ ਹੀ ਉਸ ਥਾਂ ਤੇ ਜਾ ਕੇ ਇਤਿਹਾਸ ਸਿਰਜ ਸਕਦਾ ਹੈ। ਇਸੇ ਤਰ੍ਹਾਂ ਮੈਂ ਇੱਕ ਹੋਰ ਜਾਂਬਾਜ਼ ਦੀ ਗੱਲ ਕਰਾਂਗੀ। ਕਦੇ ਜੈਸਲਮੇਰ ਜਾਣਾ ਹੋਵੇ ਨਾ, ਕਮਾਲ ਹੀ ਹੋ ਜਾਂਦਾ, ਫਖਰ ਨਾਲ ਸਿਰ ਉੱਚਾ ਹੋ ਜਾਂਦਾ ਉੱਥੇ ਜਦੋਂ ਤੁਸੀਂ ਲੌਂਗੇਵਾਲ ਦੇ ਵਿਚਲੇ 23 ਪੰਜਾਬ ਰੈਜੀਮੈਂਟ ਦੀ ਗੱਲ ਹੁੰਦੀ ਜੀ। ਜੈਸਲਮੇਰ ਦੇ ਵਿੱਚ ਮਹਾਵੀਰ ਚੱਕਰ ਵਿਜੇਤਾ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਜੀ ਦਾ ਪੂਰਾ ਆਦਮ ਕੱਦ, ਯਾਨੀ ਆਦਮ ਤੇ ਨਹੀਂ, ਉਸ ਤੋਂ ਵੀ ਕਿਤੇ 4-5 ਗੁਣਾ ਵੱਡਾ ਕੱਦ ਦਾ ਉਹਨਾਂ ਦਾ ਜਿਸ ਤਰੀਕੇ ਉੱਥੇ ਉਹਨਾਂ ਦਾ ਬੁੱਤ, ਉਹਨਾਂ ਦੀ ਜਿਸ ਤਰੀਕੇ ਉਹਨਾਂ ਦੀ ਫਿਲਮ ਦਿਖਾਈ ਜਾਂਦੀ ਜੇ, ਸੱਚੀ ਯਕੀਨ ਨਹੀਂ ਹੁੰਦਾ ਕਿ ਇੰਨਾ ਬਹਾਦਰ ਵੀ ਕੋਈ ਹੋ ਸਕਦਾ ਹੈ। ਉੱਥੇ ਜੋ ਲਾਈਟ ਐਂਡ ਸਾਊਂਡ ਸ਼ੋਅ ਚੱਲਦਾ ਜੇ ਨਾ,
ਉਹਦੇ ਵਿੱਚ ਸ਼ੁਰੂ ਹੀ ਹੁੰਦਾ ਜੇ ਤਾਂ ਸਾਹਮਣੇ ਦਿਖਦਾ ਜੀ ਇੱਕ ਖਾਲਸਾ ਝੰਡਾ। ਉਸ ਤੋਂ ਬਾਅਦ ਖੰਡਾ ਦਿਖਾਇਆ ਜਾਂਦਾ, ਫਿਰ ਗੱਜ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਨਾਰਾ ਉੱਥੇ ਲਗਾਉਂਦੇ ਨੇ, ਤੇ ਉਸ ਜੈਕਾਰੇ ਤੋਂ ਬਾਅਦ ਫਿਰ ਵਿਖਾਉਂਦੇ ਨੇ ਅਲੱਗ-ਅਲੱਗ ਪੋਸਟਾਂ, ਕਿਵੇਂ ਟੈਂਕ ਦੇ ਟੈਂਕ ਤੁਰੇ ਆਉਂਦੇ ਨੇ ਪਾਕਿਸਤਾਨ ਦੇ ਫੌਜੀ, ਜਿਸ ਤਰੀਕੇ ਦੀ ਭੀੜ ਦਿਖਦੀ ਜੇ ਉਹਨਾਂ ਤੋਪਾਂ ਟੈਂਕਾਂ ਦੇ ਵਿੱਚ, ਕਿਸ ਤਰੀਕੇ ਉਹਨਾਂ ਦੇ ਜਿਹੜੇ ਯੋਧੇ ਉਹਨਾਂ ਦੇ ਪਾਕ ਫੌਜੀ ਉਹ ਤੁਰੇ ਆਉਂਦੇ ਨੇ, ਜਿਨ੍ਹਾਂ ਦੀ ਭੀੜ ਲਗਭਗ 20,000 ਦੇ ਕਰੀਬ। ਤੇ ਫਿਰ ਦਿਖਾਇਆ ਜਾਂਦਾ 5-6 ਦਸੰਬਰ 1971 ਤੇ ਇਸ ਪਾਸੇ ਨੇ ਸਿਰਫ 120। ਤੇ ਉਹਨਾਂ ਵਿੱਚ ਵੀ ਜਿਹੜੇ ਦਸਤਾਰਧਾਰੀ ਜਾਂਬਾਜ਼, ਜਿਵੇਂ ਇੱਕ ਨੇ ਇੱਕ ਥਾਂ ਇੱਕ ਪੋਸਟ ਸੰਭੀ। ਪਤਾ ਜੇ ਪਾਕ ਫੌਜੀਆਂ ਦੀ ਜਿਹੜੀਆਂ ਰਿਕਾਰਡਿੰਗਸ ਜਿਹੜੀਆਂ ਉਹਨਾਂ ਨੇ ਬਾਅਦ ਵਿੱਚ ਵੀ ਆਪ ਮੰਨਿਆ ਕਿ ਉਸ ਥਾਂ ਤੇ ਇਹ ਗੱਲ ਕੀਤੀ ਗਈ ਸੀ ਕਿ ਉਹਨਾਂ ਨੇ ਰਾਤ ਦਾ ਖਾਣਾ ਦਿੱਲੀ ਜਾ ਕੇ ਖਾਣਾ, ਇੱਥੋਂ ਸਭ ਫਤਿਹ ਕਰਕੇ ਲੰਘ ਜਾਣਗੇ, ਜਿਸ ਤਰੀਕੇ ਦੀਆਂ ਉਹ ਗੱਲਾਂ ਕਰਦੇ ਸਨ ਜੀ। ਅਸੀਂ ਮੈਂ ਆਪਣੇ ਅੱਖੀਓਂ ਪੋਸਟਾਂ ਦੇਖ ਕੇ ਆਈ ਹਾਂ, ਜਿੱਥੇ ਇੱਕ ਸਿਰਫ ਦੱਸ ਰਹੀ ਹਾਂ, ਸਾਡਾ ਫੌਜੀ ਬੈਠਿਆ ਹੋਇਆ ਵੀ ਜਿਸ ਤਰੀਕੇ ਉਹ ਗੱਜਦਾ ਸੀ, ਬੋਲੇ ਸੋ ਨਿਹਾਲ, ਤੇ ਜਿਵੇਂ ਉੱਥੋਂ ਗੋਲੀਆਂ ਵਰਾਉਂਦਾ ਸੀ, ਤਾਂ ਉਹ ਇੱਥੇ ਤੱਕ ਕਹਿਣ ਲੱਗ ਗਏ ਸਨ ਜਦੋਂ ਉਹਨਾਂ ਦੀ ਵਾਪਸ ਜਦੋਂ ਰਿਕਾਰਡਿੰਗ ਹੋਈ ਹੈ, ਜਦੋਂ ਉੱਥੇ ਇਹ ਸਾਰਾ ਭਾਣਾ ਵਾਪਰਿਆ, ਜਿਸ ਤਰੀਕੇ ਉੱਤੇ ਪਾਕਿਸਤਾਨੀ ਟੈਂਕਾਂ ਦੀਆਂ ਇੱਕ ਤਰੀਕੇ ਲਾਸ਼ਾਂ ਹੀ ਬਣਾ ਕੇ ਉੱਥੇ ਰੱਖੀਆਂ, ਜੋ ਹੁਣ ਵੀ ਦਿਖਦੀਆਂ ਨੇ ਖਿਲ ਰਹੀਆਂ, ਉਹ ਟੈਂਕ ਉੱਥੇ ਅਜੇ ਵੀ ਪਏ ਨੇ ਤਾਰਾਸ਼ਾਹੀ। ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਤਾਂ ਇੰਝ ਲੱਗਦਾ ਸੀ ਕਿ ਇੱਕ ਪੋਸਟ ਵਿੱਚ ਜਦੋਂ ਇਸ ਤਰ੍ਹਾਂ ਦਾ ਜੈਕਾਰਾ ਆਵਾਜ਼ ਜਦੋਂ ਦੂਰ ਦੁਰੇਡੇ ਤੱਕ ਪਹੁੰਚਦੀ ਸੀ, ਸਾਨੂੰ ਤੇ ਲੱਗਦਾ ਇੰਝ ਸੀ ਵੀ ਉੱਥੇ ਘੱਟੋ ਘੱਟ 100 ਫੌਜੀ ਖੜਾ ਹੋਣਾ, ਤੇ ਇਸ ਕਰਕੇ ਹੀ ਅਸੀਂ ਪੂਰੇ ਤਾਬੜ ਤੋੜ ਉਧਰ ਸਾਰੇ ਟੈਂਕ ਤੋਂ ਉਸ ਪਾਸੇ ਲਾ ਦੇਣੇ, ਉਨੀ ਦੇਰ ਇੱਕ ਦੂਜੀ ਪੋਸਟ ਤੋਂ ਇਸੇ ਤਰ੍ਹਾਂ ਜੈਕਾਰਾ, ਫਿਰ ਤੀਜੀ ਤੋਂ, ਯਾਨੀ ਇੱਕ ਸਾਡੇ ਜਾਂਬਾਜ਼ ਯੋਧੇ ਨੇ ਕਿਸ ਤਰੀਕੇ ਉੱਥੇ ਵੀਰਤਾ ਦਿਖਾਈ। ਇਹ ਤਾਂ ਦੁਨੀਆ ਜਾਣਦੀ ਹੈ, ਇਤਿਹਾਸ ਸਿਰਜਿਆ ਜਾ ਚੁੱਕਿਆ ਜੀ ਕਿ 120 ਫੌਜੀ ਕਿਸ ਤਰੀਕੇ 20,000 ਪਾਕਿਸਤਾਨੀ ਫੌਜੀਆਂ ਨੂੰ ਧਾਰਾਸ਼ਾਹੀ ਕਰ ਸਕਦੇ ਨੇ, ਕਿਵੇਂ ਮਾਨਸਿਕ ਪੱਖੋਂ ਉਹਨਾਂ ਨੂੰ ਢਾਹ ਕਰ ਸਕਦੇ ਨੇ। ਇਹ ਸਾਰਾ ਕੁਝ ਜੇ ਇਤਿਹਾਸ ਸਿਰਜਿਆ ਗਿਆ ਸੀ, ਕੋਈ ਵੀ ਉੱਥੇ, ਮੈਂ ਥੋੜਾ ਜਿਹਾ ਸਪਸ਼ਟ ਕਰ ਦਿਆਂ ਕਿ ਜਦੋਂ ਫੌਜ ਜਦੋਂ ਇਸ ਤਰੀਕੇ ਲੜਨ ਲਈ ਅਗਾਂਹ ਜਾਂਦੇ ਨੇ ਜੀ, ਤਾਂ ਇਹ ਕਿਸੇ ਧਰਮ ਨੂੰ, ਜਾਤ ਪਾਤ ਨੂੰ ਅਗਾਂਹ ਉਦੋਂ ਹੀ ਰੱਖਦੇ ਨੇ ਜਦੋਂ ਆਪਣੇ ਅੰਦਰ ਇੱਕ ਆਖਰੀ ਆਰ ਪਾਰ ਦੀ ਜੰਗ ਵਿੱਢਣ ਨੂੰ ਤੁਰੇ ਹੋਵੇ, ਕਿ ਪਤਾ ਹੋਏ ਮੌਤ ਸਾਹਮਣੇ ਹੈ, ਤੇ ਅਸੀਂ ਉਸ ਮੌਤ ਨੂੰ ਮਿਸਾਲੀ ਕਿਵੇਂ ਕਰਨਾ, ਉਹਦੇ ਵਿੱਚ ਭਾਵੇਂ ਉਦੋਂ ਹਰ ਹਰ ਮਹਾਦੇਵ ਕਹਿ ਕੇ ਕਿਉਂ ਨਾ ਜਾਣਾ ਹੋਵੇ, ਬੋਲੇ ਸੋ ਨਿਹਾਲ ਹੀ ਕਹਿ ਕੇ ਕਿਉਂ ਨਾ ਜਾਣਾ ਹੋਵੇ, ਜਾਂ ਸਾਡੇ ਯਾਨੀ ਕਿਸੇ ਵੀ ਹੋਰ ਧਰਮ ਦੇ, ਜੇ ਪਾਕਿਸਤਾਨ ਦੇ ਕਿਸੇ ਫੌਜੀ ਨੇ ਇਸੇ ਤਰ੍ਹਾਂ ਆਰ ਜਾਂ ਪਾਰ ਦੀ ਜੰਗ ਵਿੱਢਣੀ ਹੈ, ਤਾਂ ਉਹ ਵੀ ਫਿਰ ਰੱਬ ਨੂੰ ਯਾਦ ਕਰਕੇ ਹੀ ਇਹ ਕਦਮ ਚੁੱਕ ਸਕਦਾ ਹੈ, ਕਿਉਂਕਿ ਉਹ ਤੁਹਾਡੀ ਮਾਨਸਿਕ ਤਾਕਤ ਜੇ, ਜਿੱਥੇ ਤੁਸੀਂ ਗੱਜ ਕੇ ਅੱਲਾਹੂ ਅਕਬਰ ਕਹਿਣਾ ਹੈ, ਜਾਂ ਜਿਸਨੇ ਇਸੇ ਤਰੀਕੇ ਹਰ ਇੱਕ ਨੇ ਆਪਣਾ ਜੈਕਾਰਾ ਜਦੋਂ ਛੱਡਣਾ ਹੈ ਨਾ, ਉਹ ਤੁਹਾਡੇ ਅੰਦਰ ਦੀ ਸਰੀਰ ਦੀ ਐਡਰੇਨਾਲਿਨ, ਤੁਹਾਨੂੰ ਉਸ ਸਮੇਂ ਇਹ ਨਹੀਂ ਚੇਤੇ ਰਹਿੰਦਾ ਮੇਰੇ ਘਰ ਦੇ ਅੰਦਰ ਕੌਣ ਹੈ, ਉਦੋਂ ਹੁੰਦਾ ਕਿ ਮੈਂ ਆਪਣੇ ਦੇਸ਼ ਤੇ ਆਪਣੇ ਮੁਲਕ ਤੇ ਕੁਰਬਾਨ ਹੋ ਜਾਣਾ ਜੀ। ਪਰ ਇੱਕ ਫੌਜ ਦੇ ਅੰਦਰ ਸਪੈਸ਼ਲ ਚੀਜ਼ ਹੁੰਦੀ ਜੇ ਕਿ ਆਪਣੀ ਯੂਨਿਟ ਵਾਸਤੇ ਕੁਰਬਾਨ ਹੋਣਾ ਜੀ, ਕਿ ਮੇਰੀ ਯੂਨਿਟ ਦਾ ਮੈਂ ਨਾਮ ਉੱਚਾ ਕਰਨਾ। ਸੋ ਉਹ ਜੰਗ ਜਿੱਥੇ ਆਪਣੀ ਯੂਨਿਟ ਨੂੰ ਅਗਾਂਹ ਲਿਜਾਉਣ ਲਈ ਹੁੰਦਾ, ਉਹਨੂੰ ਮਾਨਤਾ ਦਿਵਾਉਣ ਲਈ ਹੁੰਦਾ, ਉਹਨੂੰ ਹੋਰ ਉਚੇਰਾ ਉਹਦਾ ਬਿੰਬ ਚੁੱਕਣ ਲਈ ਹੁੰਦਾ, ਉੱਥੇ ਜਦੋਂ ਇਕੱਲੇ ਹੁੰਦੇ ਆ ਇੱਕ ਆਰ ਪਾਰ ਜਾਂ ਆਪਣੇ ਨਾਲਦਿਆਂ ਵਿੱਚ ਇੱਕ ਉਸ ਸਮੇਂ ਮੌਤ ਨੂੰ ਗੱਲ ਲਾਉਣ ਲਈ ਜਦੋਂ ਇੱਕ ਹੁਲਾਰਾ ਦੇਣਾ ਹੁੰਦਾ ਜੇ ਨਾ, ਉਹ ਤੁਹਾਡਾ ਧਾਰਮਿਕ ਜਿਹੜਾ ਇਸ ਤਰੀਕੇ ਦਾ ਇੱਕ ਜੈਕਾਰਾ ਜੇ ਉਹ ਦਿੰਦਾ ਜੀ। ਸੋ ਉਹ ਸੀ ਜਿਸਨੇ ਉਸ ਸਮੇਂ ਸਾਹਮਣੇ ਦੀ ਫੌਜ ਨੂੰ ਧਾਰਾਸ਼ਾਹੀ ਵੀ ਕੀਤਾ, ਇਹਨਾਂ ਨੂੰ ਯਾਨੀ ਜਿੱਤਣ ਦੇ ਵੱਲ ਨੂੰ ਤੋਰਿਆ। ਤੇ ਉਹਦੇ ਵਿੱਚ ਮੈਂ ਜ਼ਿਕਰ ਕਰਨਾ ਚਾਹਾਂਗੀ ਜਨਰਲ ਹਰਬਖਸ਼ ਸਿੰਘ ਦਾ। ਜੇ ਅੰਮ੍ਰਿਤਸਰ ਅੱਜ ਅਸੀਂ ਦੇਖ ਸਕਦੇ ਹਾਂ ਭਾਰਤ ਦਾ ਹਿੱਸਾ ਜੇ, ਤਾਂ ਉਹ ਵੀ ਜਨਰਲ ਹਰਬਖਸ਼ ਸਿੰਘ ਸਦਕਾ ਸੀ, ਜਿਹੜੇ ਪਦਮ ਭੂਸ਼ਣ, ਪਦਮ ਵਿਭੂਸ਼ਣ, ਵੀਰ ਚੱਕਰ, ਯਾਨੀ ਇਹਨਾਂ ਨੇ ਨਾ ਸਿਰਫ ਵਰਲਡ ਵਾਰ
2 ਦੇ ਵਿੱਚ, ਬਲਕਿ ਜਦੋਂ ਅਖੀਰ ਜੰਗ ਵਿੱਢੀ ਜਾ ਰਹੀ ਸੀ ਪਾਕਿਸਤਾਨ ਹਿੰਦੁਸਤਾਨ ਦੀ, ਤਾਂ ਇਹ ਉਹਨਾਂ ਨੂੰ ਇੱਕ ਸੁਨੇਹਾ ਚਲਾ ਗਿਆ ਸੀ ਕਿ ਭਾਈ ਉਧਰੋਂ ਹੱਲਾ ਬੜਾ ਤੇਜ਼ ਜੇ, ਹੁਣ ਜੀ। ਪਾਕਿਸਤਾਨੀ ਤਾਂ ਆ ਹੀ ਚੁੱਕੇ ਨੇ, ਹੂੰ। ਤੁਸੀਂ ਅੰਮ੍ਰਿਤਸਰ ਤੱਕ ਅਸੀਂ ਫੌਜਾਂ ਨਹੀਂ ਹੋਰ ਪਹੁੰਚਾ ਸਕਦੇ, ਤਾਂ ਚੱਲਿਆ ਹੱਥੋਂ, ਅੰਮ੍ਰਿਤਸਰ ਛੱਡ ਕੇ ਤੇ ਤੁਸੀਂ ਪਿਛਾਂ ਆ ਜਾਓ ਬਿਆਸ ਨੂੰ। ਜੀ। ਕਮਾਲ ਵੇਖੋ ਕਿ ਜਦੋਂ ਅਸੀਂ ਇਹੋ ਜਿਹੇ ਹਾਲ ਵਿੱਚ ਮੰਨੀਏ ਹੂੰ। ਕਿ ਕੋਈ ਪਹੁੰਚ ਗਿਆ ਹੋਵੇ ਜਿੱਥੇ ਉਹਨੂੰ ਦਿਖ ਰਿਹਾ ਕਿ ਪਿੱਛੋਂ ਸਪੋਰਟ ਨਹੀਂ ਹੈ, ਹੁਣ ਇਸ ਥਾਂ ਤੇ ਫਿਰ ਉਹੀ ਗੱਲ ਆਉਂਦੀ ਜੇ ਦੋ ਹੀ ਚੀਜ਼ਾਂ, ਭਾਈ ਮੈਂ ਯੂਨਿਟ ਦਾ ਨਾਮ ਰੱਖਣਾ ਹੈ, ਦੱਸਣਾ ਹੈ ਵੀ ਮੈਂ ਇਸ ਵਾਸਤੇ ਕੀ ਕਰ ਗਿਆ, ਉੱਥੇ ਹੀ ਇੱਕ ਜਿੱਥੇ ਦਾ ਇੱਕ ਬਹੁਤ ਪੋਜ਼ਿਟਿਵ ਤਗੜਾ ਇੰਪੈਕਟ ਆਉਂਦਾ ਜੇ। ਜੀ। ਹੁਣ ਉਸ ਥਾਂ ਤੇ ਖੜੇ ਜਨਰਲ ਹਰਬਖਸ਼ ਸਿੰਘ ਜੀ ਦਾ ਇਹ ਦਾਅਵਾ ਸੀ ਕਿ ਮੈਂ ਵੱਧੋ ਵੱਧ ਵੀ ਕੀ ਫੌਜ ਚੋਂ ਕੱਢ ਦੇਣਗੇ, ਇਸ ਤੋਂ ਉੱਪਰ ਤਾਂ ਕੀ, ਕਿਉਂ ਨਾ ਇੱਥੇ ਹੀ ਖੜਾ ਮੌਤ ਨੂੰ ਗੱਲ ਲਾ ਲਵਾਂ, ਘੱਟੋ ਘੱਟ ਮੈਂ ਇਸ ਤਰੀਕੇ ਦਾ ਤਾਂ ਸ਼ਹੀਦ ਗਿਣਿਆ ਜਾਵਾਂਗਾ ਕਿ ਮੈਂ ਮੁਲਕ ਬਚਾਉਂਦਾ ਗਿਆ। ਹੂੰ। ਪਰ ਇੱਕ ਮਨ ਵਿੱਚ ਚੀਸ ਉੱਠੀ ਜੀ। ਕਿ ਭਈ ਮਰ ਜਾਵਾਂਗਾ ਹੂੰ। ਤਾਂ ਮੈਂ ਆਪਣੇ ਗੁਰੂ ਦਾ ਸਾਹਮਣਾ ਕਿਵੇਂ ਕਰਾਂਗਾ। ਹੂੰ। ਮੇਰੇ ਗੁਰੂ ਕਹਿਣਗੇ ਕਿ ਤੂੰ ਨਨਕਾਣਾ ਵੀ ਛੱਡ ਦਿੱਤਾ ਉੱਧਰ, ਤੇ ਹੁਣ ਅੰਮ੍ਰਿਤਸਰ ਵੀ ਛੱਡ ਗਿਆ, ਤਾਂ ਫਿਰ ਤੂੰ ਰੱਖਿਆ ਕੀ, ਹੂੰ। ਤੇ ਮੈਂ ਉਸ ਗੁਰੂ ਦਾ ਸਾਹਮਣਾ ਕਿਵੇਂ ਕਰ ਸਕਾਂਗਾ। ਮੈਂ ਜੇ ਜਾਣਾ ਜੇ ਤਾਂ ਘੱਟੋ ਘੱਟ ਇਹ ਸਰਹੱਦ ਬਚਾ ਕੇ ਜਾਣੀ ਜੇ, ਕਿਸੇ ਵੀ ਹਾਲ ਵਿੱਚ ਜਦ ਤੱਕ ਜਨਰਲ ਹਰਬਖਸ਼ ਸਿੰਘ ਖੜਾ ਹੈ ਨਾ, ਅੰਮ੍ਰਿਤਸਰ ਨਹੀਂ ਜੇ ਮੈਂ ਜਾਣ ਦੇਣਾ, ਇਹ ਮੇਰੇ ਗੁਰੂ ਦੀ ਧਰਤੀ ਹੈ। ਹੂੰ। ਹੂੰ। ਸੋ ਉਸ ਇਕੱਲੇ ਜਾਂਬਾਜ਼ ਯੋਧੇ ਕਰਕੇ ਜੋ ਇੱਕ ਲੀਡ ਕਰ ਸਕਿਆ, ਆਪਣੀ ਯੂਨਿਟ ਨੂੰ ਤਗੜਾ ਕਰ ਸਕਿਆ, ਤੇ ਆਪਣੇ ਮਨ ਅੰਦਰ ਇਹ ਦ੍ਰਿੜਤਾ ਦਾ ਅਹਿਸਾਸ ਪੈਦਾ ਕਰ ਸਕਿਆ ਕਿ ਮੇਰਾ ਗੁਰੂ ਮੇਰੇ ਨਾਲ ਹੈ, ਮੈਂ ਲੜ ਸਕਦਾ, ਮੈਂ ਮਰ ਸਕਦਾ, ਤੇ ਉਹੀ ਕਾਰਨ ਸੀ ਅੱਜ ਅੰਮ੍ਰਿਤਸਰ ਸਾਡੇ ਕੋਲ ਹੈ। ਜੀ। ਜੀ। ਨਵਦੀਪ ਜੀ, ਸਾਰਾ ਗੜੀ ਕੋਈ ਕੌਣ ਭੁਲਾ ਸਕਦਾ, 10,000 ਕਬਾਇਲੀ ਤੇ 21 ਸਿੰਘ। ਹੂੰ। ਮੈਂ ਇਸ ਕਾਰਨ ਸਿਲੈਕਟਿਵ, ਸ਼ਾਇਦ ਅੱਜ ਕੋਈ ਸੁਣਨ ਵਾਲਾ ਮੈਨੂੰ ਕਵੇ ਕਿ ਅੱਜ ਇਹ ਵਿਤਕਰਾ ਕਰ ਰਹੀ ਹੈ, ਬਿਲਕੁਲ ਨਹੀਂ ਕਰ ਰਹੀ। ਜਿਹੜੇ ਮੇਰੇ ਹਿੰਦੂ ਮਤ ਮੰਨਣ ਵਾਲੇ ਵੀਰ ਨੇ, ਜਿਹੜੇ ਮੇਰੇ ਮੁਸਲਮਾਨ ਵੀਰ ਜਿਹੜੇ ਇੱਥੇ ਸਰਹੱਦ ਨੂੰ ਬਚਾਉਂਦਿਆਂ ਜੋ ਇਸ ਤਰੀਕੇ ਦੇ ਨਾ ਸਿਰਫ ਪਰਮਵੀਰ ਚੱਕਰ, ਮਹਾਵੀਰ ਚੱਕਰ ਵਰਗੇ ਜਿਸ ਤਰੀਕੇ ਦੇ ਉਹਨਾਂ ਨੇ ਹਾਸਲ ਕੀਤੇ, ਜਿਸ ਤਰੀਕੇ ਦੀਆਂ ਉਹਨਾਂ ਦੀਆਂ ਬਹਾਦਰੀ ਦੀਆਂ ਮਿਸਾਲਾਂ ਦਿੱਤੀਆਂ ਜਾ ਰਹੀਆਂ ਨੇ, ਮੈਂ ਕਿਸੇ ਨੂੰ ਨਿੰਦਿਆ ਨਹੀਂ ਰਹੀ, ਮੇਰੇ ਲਈ ਬਹੁਤ ਸਨਮਾਨਯੋਗ ਨੇ, ਉਹਨਾਂ ਸਦਕਾ ਅਸੀਂ ਸਾਰੇ ਆਜ਼ਾਦੀ ਦੇ ਵਿੱਚ ਫਿਰ ਰਹੇ ਹਾਂ, ਘੁੰਮ ਰਹੇ ਹਾਂ। ਮਕਸਦ ਕਿਉਂਕਿ ਤੁਸੀਂ ਕਿਰਦਾਰ ਕੁਸ਼ੀ ਦਾ ਲਿਆ, ਮੈਂ ਇਸੇ ਕਾਰਨ ਸਿਲੈਕਟਿਵ ਕੁਝ ਕਿਉਂਕਿ ਜੇ ਪ੍ਰੋਗਰਾਮ 'ਚ ਮੈਂ ਸਾਰੇ ਇਹੋ ਜਿਹੇ ਯੋਧਿਆਂ ਦੀ ਗੱਲ ਕਰਨ ਲੱਗਾ, ਮੈਨੂੰ ਲੱਗਦਾ ਕਈ ਦਿਨ ਲੱਗ ਜਾਣੇ ਨੇ। ਕੁਝ ਸਿਲੈਕਟਿਵ ਲੈ ਰਹੀਆਂ ਤੇ ਖਿਮਾ ਵੀ ਮੰਗਦੀਆਂ, ਬਹੁਤ ਇਹਨਾਂ ਤੋਂ ਵੀ ਤਗੜੇ ਤਗੜੇ ਹੋਣਗੇ ਜਿਨ੍ਹਾਂ ਦਾ ਮੈਂ ਸ਼ਾਇਦ ਪ੍ਰੋਗਰਾਮ ਥੋੜਾ ਹੋਣ ਕਾਰਨ ਨਾ ਲੈ ਸਕਾਂ। ਜਿਵੇਂ ਅੱਜ ਦੇ ਦਿਨ ਵੀ ਮੇਜਰ ਜਨਰਲ ਸਤਵੀਰ ਸਿੰਘ ਜੀ ਜੋ ਵਨ ਪੈਨਸ਼ਨ ਲਈ, ਵਨ ਰੈਂਕ ਵਨ ਪੈਨਸ਼ਨ ਲਈ ਜਿਸ ਤਰੀਕੇ ਉਹ ਜੁਟੇ ਹੋਏ ਨੇ, ਸੋ ਇਸ ਤਰ੍ਹਾਂ ਬਹੁਤ ਸਾਰੇ ਨੇ ਜਿਨ੍ਹਾਂ ਦਾ ਸ਼ਾਇਦ ਮੈਂ ਕਹਿ ਹੀ ਰਹੀ ਹਾਂ, ਸ਼ਾਇਦ ਨਾ ਪੂਰਿਆਂ ਦਾ ਨਾ ਲੈ ਸਕਾਂ, ਮੈਂ ਉਹਨਾਂ ਤੋਂ ਖਿਮਾ ਮੰਗਦੀ ਹਾਂ। ਪਰ ਸਾਰਾ ਕੜੀ ਦਾ ਯੁੱਧ ਵਾਕਈ ਮਿਸਾਲੀ ਹੈ, ਜੋ ਦੁਨੀਆ ਭਰ ਦੇ ਵਿੱਚ ਫੌਜੀਆਂ ਨੂੰ ਇਹ ਇਤਿਹਾਸ ਪੜ੍ਹਾਇਆ ਜਾਂਦਾ ਕਿ ਕਿਵੇਂ ਇੱਕ ਇੱਕ ਵਾਕਈ 1.25 ਲੱਖ ਦੇ ਵਾਂਗ ਜੂਝਿਆ। ਭਾਵੇਂ ਸਾਨੂੰ ਫਿਲਮ ਦੇ ਵਿੱਚ ਇਹ ਦਿਖਾਇਆ ਗਿਆ, ਉਹ ਬਣਾ ਕੇ ਕੇਸਰੀ, ਜਿਵੇਂ ਉਹਨਾਂ ਨੇ ਦੱਸਿਆ ਕਿ ਕੀ ਕੁਝ ਉੱਥੇ ਵਾਪਰਿਆ ਸੀ, ਪਰ ਗੱਲ ਇਹ ਹੈ ਨਤੀਜ ਜੀ ਕਿ ਜੇ ਹਕੀਕਤ ਵਿੱਚ ਝਾਤ ਮਾਰੀਏ, ਉਹਨਾਂ ਦੇ ਇੱਕ ਇੱਕ ਨੇ ਜਿਸ ਤਰੀਕੇ ਆਪਣੇ ਅੰਦਰ ਇਹੋ ਆਵਾਜ਼ ਚੁੱਕੀ ਕਿ ਮੈਂ ਗੁਰੂ ਨੂੰ ਜਵਾਬ ਦੇਣਾ, ਮੇਰੇ ਗੁਰੂ ਨੇ ਸਰਬੰਸ ਵਾਰਿਆ, ਮੈਂ ਵੀ ਤਿਆਗ ਦੀ ਭਾਵਨਾ ਮਨ ਵਿੱਚ ਰੱਖਦਾ, ਸਭ ਕੁਝ ਵਾਰ ਜਾਣਾ, ਇਹ ਜ਼ਿੰਦਗੀ ਤਾਂ ਵਕਤੀ ਹੈ, ਮੌਤ ਹਰ ਕਿਸੇ ਤੇ ਆਣੀ ਹੈ, ਪਰ ਮਿਸਾਲੀ ਮੌਤ ਕਿਵੇਂ ਬਣਾਈਏ, ਇਹ ਵਾਕਈ ਇਸ ਤਰ੍ਹਾਂ ਦੇ ਕਿਰਦਾਰਾਂ ਦੇ ਹੱਥ ਵਿੱਚ ਆਈਏ ਜਿਸ ਦੀ ਜੇ ਕਿਰਦਾਰ ਕੁਸ਼ੀ ਨਾ ਕਰੇ ਕੋਈ ਤਾਂ ਬਰਾਬਰ ਕਿਵੇਂ ਪਹੁੰਚੇ। ਸੋ ਇਹਨੂੰ ਇੱਕ ਪੋਜ਼ਿਟਿਵ ਪਾਸਿਓਂ ਵੀ ਵੇਖਣਾ ਚਾਹੀਦਾ ਕਿ ਕਿਰਦਾਰ ਕੁਸ਼ੀ ਦੀ ਲੋੜ ਕਿਉਂ ਪੈ ਰਹੀ ਹੈ, ਤੇ ਜਿਹੜੇ ਕਰ ਰਹੇ ਨੇ ਇਹਦੇ ਨੇੜੇ ਤੇੜੇ ਵੀ ਫਟਕ ਨਹੀਂ ਸਕਦੇ। ਦੇਖੋ ਨਾ, ਮੇਜਰ ਜਨਰਲ ਰਾਜਿੰਦਰ ਸਿੰਘ ਜੀ, ਜਿਨ੍ਹਾਂ ਨੂੰ ਮੇਰਾ ਖਿਆਲ ਅੱਜ ਵੀ ਕੋਈ ਇੰਟਰਨੈਟ ਤੇ ਫਰੋਲਣਾ ਚਾਹੇ ਨਾ,
ਸਪੈਰੋ ਨਾਮ ਭਰ ਦੇਣ। ਜੀ। ਜਿਸ ਤਰੀਕੇ ਉਹਨਾਂ ਨੂੰ 2 ਵਾਰ ਮਹਾਵੀਰ ਚੱਕਰ ਹਾਸਲ ਹੋਇਆ, ਅੱਜ ਵੀ ਜੇ ਪਾਕਿਸਤਾਨ ਵਿੱਚੋਂ ਝੰਗਰ ਦਾ ਇਲਾਕਾ ਜੇ ਭਾਰਤ ਵਿੱਚ ਸ਼ਾਮਲ ਕਰਵਾਇਆ ਗਿਆ ਸੀ 1948 ਵਿੱਚ, ਤਾਂ ਉਹ ਸਾਡੇ ਮੇਜਰ ਜਨਰਲ ਰਜਿੰਦਰ ਸਿੰਘ ਸਪੈਰੋ ਜੀ ਸਦਕਾ। 1965 ਵਿੱਚ ਵੀ ਕਮਾਲ ਜੋ ਉਹਨਾਂ ਨੇ ਕੀਤਾ ਕਿ ਇੰਡੋ ਪਾਕ ਜੰਗ ਵਿੱਚ, ਫਲੋਰਾ ਦੀ ਖਾਸ ਤੌਰ ਤੇ ਜੰਗ ਵਿੱਚ 67 ਦੁਸ਼ਮਣਾਂ ਦੇ ਜਿਹੜੇ ਟੈਂਕ ਸਨ, ਇੱਕ ਦਿਨ ਵਿੱਚ ਫਨਾਹ ਕੀਤੇ। ਕੋਈ ਮਜ਼ਾਕ ਨਹੀਂ ਹੁੰਦਾ। ਬਿਲਕੁਲ। ਇਹਦੇ ਵਿੱਚ 15 ਦਿਨ ਲਗਾਤਾਰ ਜੰਗ ਰਹੀ ਸੀ। ਜਿਸ ਤਰੀਕੇ ਬਾਜ਼ ਵਾਂਗ ਇਹਨਾਂ ਦੀ ਉਸੇ ਥਾਂ ਤੇ ਉਡਾਨ ਸੀ, 250 ਦੁਸ਼ਮਣਾਂ ਦੇ ਟੈਂਕ ਫਨਾਹ ਕੀਤੇ। ਪਰ ਕਮਾਲ ਵੇਖੋ, ਜੋ ਜ਼ਿਲ੍ਹਾ ਪਾਸ ਜਿੱਥੇ ਕਹਿੰਦੇ ਨੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ, ਜੀ, ਇਹ ਸਾਡੇ ਬੱਬਰ ਸ਼ੇਰ ਨੇ ਉੱਥੇ ਟੈਂਕ ਪਹੁੰਚਾਏ। ਸਿਜਦਾ ਕਰਦੇ ਆ ਕਿ ਦੁਨੀਆ ਦਾ ਇੱਕੋ ਇੱਕ ਇਹ ਮਰਦ ਜਾਣਿਆ ਜਾਂਦਾ ਜੇ, ਜਿਸ ਨੇ 1948 ਵਿੱਚ ਲੱਦਾਖ ਦਾ ਰਾਹ ਖੋਲਣ ਵਾਲਾ, ਜਿਸ ਨੂੰ ਮੰਨ ਲਿਆ ਗਿਆ ਹੈ। ਵਰਲਡ ਵਾਰ 2 ਵਿੱਚ ਜਿਸ ਨੇ ਬਹਾਦਰੀ ਦੇ ਜੌਹਰ ਵਿਖਾਏ ਸੀ, ਉਹਦਾ ਮੁਕਾਬਲਾ ਅੱਜ ਤੱਕ ਕੋਈ ਨਹੀਂ ਕਰ ਸਕਿਆ। ਇਹੋ ਜਿਹਾ ਜਾਂਬਾਜ਼ ਜਿਸ ਦੇ ਵਿੱਚ ਸਿੰਘ ਲੱਗੇ ਕਾਰਨ ਸਾਨੂੰ ਫਖਰ ਨਾਲ ਸਾਡਾ ਸਿਰ ਉੱਚਾ ਹੁੰਦਾ ਜੇ, ਇਹਦੇ ਨਾਲ ਮੁਕਾਬਲਾ ਹੀ ਕਰਨ ਵਾਲਾ ਜਦ ਕੋਈ ਨਹੀਂ, ਤਾਂ ਫਿਰ ਦੱਸੋ ਅਸੀਂ ਕਿਉਂ ਕਿਸੇ ਦੀ ਵੱਲ ਉਂਗਲ ਚੱਕੀਏ ਜਿਹੜੇ ਕਿਰਦਾਰ ਕੁਸ਼ੀ ਵੱਲ ਨੂੰ ਤੁਰੇ। ਕੈਪਟਨ ਈਸ਼ਰ ਸਿੰਘ ਜੀ ਦਾ ਮੈਂ ਜ਼ਰੂਰ ਜ਼ਿਕਰ ਕਰਾਂਗੀ, ਕਿਉਂਕਿ ਇਹ ਪਹਿਲੇ ਸਿੱਖ ਨੇ ਜਿਨ੍ਹਾਂ ਨੂੰ ਵਿਕਟੋਰੀਆ ਕ੍ਰਾਸ ਮਿਲਿਆ। ਬ੍ਰਿਟੇਨ ਨੇ ਮੰਨਿਆ ਕਿ ਭਾਈ ਕੈਪਟਨ ਈਸ਼ਰ ਸਿੰਘ ਵਰਗਾ ਬਹਾਦਰ ਅਸੀਂ ਅਜੇ ਤੱਕ ਵੇਖਿਆ ਨਹੀਂ ਜੀ। ਉਹ ਮਾਣ ਹਾਸਲ ਜੇ ਪਹਿਲੇ ਸਿੱਖ ਨੂੰ ਜਿਸ ਨੇ ਇਹ ਹਾਸਲ ਕੀਤਾ। ਉਦੋਂ 28 ਪੰਜਾਬ ਰੈਜੀਮੈਂਟ ਦੇ ਵਿੱਚ ਸਨ ਜਿਨ੍ਹਾਂ ਨੇ ਇਹ ਜੰਗ ਉਦੋਂ ਵਿੱਢੀ ਸੀ। ਪਤਾ ਜੇ ਕੀ ਹੋਇਆ, ਕਿਉਂ ਦਿੱਤਾ ਗਿਆ? ਛਾਤੀ ਵਿੱਚ ਗੋਲੀ ਵੱਜ ਚੁੱਕੀ ਸੀ। ਜੰਗ ਦੇ ਵਿੱਚ ਇਕੱਲੇ ਖੜੇ ਰਹੇ, ਸਾਰੇ ਸਾਥੀ ਮਾਰੇ ਜਾ ਚੁੱਕੇ ਸਨ, ਕੁਝ ਬਹੁਤ ਗੰਭੀਰ ਜ਼ਖਮੀ ਸਨ। ਛਾਤੀ ਵਿੱਚ ਗੋਲੀ ਵੱਜੀ ਤੇ ਵੀ ਇਸ ਤਰੀਕੇ ਆਪਣੇ ਆਪ ਨੂੰ ਕੱਸ ਕੇ ਬੰਨ ਕੇ ਕਿ ਜਦ ਤੱਕ ਇੱਕ ਵੀ ਜਿਉਂਦਾ ਜੇ ਨਾ, ਇਹ ਸਰਹੱਦ ਨਹੀਂ ਜਾ ਸਕਦੀ। 3 ਘੰਟੇ ਮੈਂ ਬਤੌਰ ਇੱਕ ਡਾਕਟਰ ਹੁੰਦਿਆਂ ਦੱਸਦੀ ਹਾਂ ਕਿ ਛਾਤੀ 'ਚ ਗੋਲੀ ਲੱਗਿਆ 3 ਜਾਏ ਜਾਣਗੇ। ਮੈਂ ਉਦੋਂ ਤੱਕ ਜੂਝਦਾ, ਜਦ ਲੱਤਾਂ ਤੇ ਨਾ ਖੜਿਆ ਰਿਹਾ ਫੇਰ ਦੇਖਿਓ ਸਾਰੇ ਦੇ ਸਾਰੇ ਜਿਹੜੇ ਉਹਨਾਂ ਦੇ ਸਾਥੀ ਸਨ ਜ਼ਖਮੀ, ਸਭਨਾਂ ਨੂੰ ਪਹਿਲਾਂ ਹਸਪੀਟਲ ਪਹੁੰਚਾਇਆ ਗਿਆ। ਜਦੋਂ ਇਹ ਅਖੀਰੀ ਇੱਕ ਹੋਰ ਲੈ ਕੇ ਜਾ ਰਹੇ ਸਨ ਤਾਂ ਡਾਕਟਰ ਜਿੱਥੇ ਉਹਨਾਂ ਨੂੰ ਦੇਖ ਰਿਹਾ ਸੀ ਅਗਾਂਹ ਆ ਕੇ, ਉੱਥੇ ਤੱਕ ਗੋਲੀਆਂ ਦੇ ਪਹੁੰਚਣ ਦਾ ਪਤਾ ਲੱਗਾ। ਤਾਂ ਇਹ ਜਾਂਬਾਜ਼ ਯੋਧਾ ਉਸ ਥਾਂ ਤੇ ਜਾ ਕੇ ਡਾਕਟਰ ਨੂੰ ਵੀ ਕਵਰ ਕੀਤਾ ਤੇ ਉਹਦੇ ਹੋਏ ਗੋਲੀਆਂ ਲੱਗ ਗਈਆਂ ਕਿ ਮੈਂ ਇਹਨੂੰ ਵੀ ਲਵਾਂ, ਇਹਨੇ ਬਾਕੀਆਂ ਨੂੰ ਸਾਰਿਆਂ ਨੂੰ ਬਚਾਣਾ ਚ ਭਰਦਾ ਹੈ। ਕਿ ਬ੍ਰਿਟੇਨ ਨੇ, ਉਸ ਸਰਕਾਰ ਨੇ ਇਹਨਾਂ ਨੂੰ ਸਰਦਾਰ ਦਾ ਖਿਤਾਬ ਦਿੱਤਾ। ਭਈ ਇਹ ਤਾਂ ਸੁਣਿਆ ਦੂਜਿਆਂ ਨੂੰ ਪਾਉਂਦੇ ਨੇ, ਰਜਾਂਦੇ ਨੇ, ਦੂਜਿਆਂ ਦੇ ਸਿਰਾਂ ਤੇ ਛੱਤ ਬਣਾਉਂਦੇ ਨੇ, ਪਰ ਆਪਣੇ ਜਿਸਮ ਨੂੰ ਢਾਲ ਬਣਾ ਕੇ ਜਿਸ ਤਰੀਕੇ ਇਸ ਨੇ ਸਾਰੇ ਸਾਥੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਡਾਕਟਰ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਆਖਰੀ ਦਮ ਤੱਕ ਡਟਿਆ ਰਿਹਾ, ਇੰਨੀਆਂ ਗੋਲੀਆਂ ਨਾਲ ਵਿੰਨਿਆ ਤੇ ਫਿਰ ਵੀ ਜਦੋਂ ਲੈ ਕੇ ਗਏ ਪੂਰੇ ਸਲੂਟ ਕਿ ਇਹ ਸਰਹੱਦ ਮੈਂ ਨਹੀਂ ਦੁਸ਼ਮਣਾਂ ਨੂੰ ਲੈਣ ਦੇਣੀ। ਸਲਾਮ ਹੈ ਇਹੋ ਜਿਹੇ ਮਹਾਨ ਯੋਧਿਆਂ ਨੂੰ। ਇੱਕ ਹੋਰ ਜੇ ਸਮਾਂ ਹੋਏ ਥੋੜਾ ਜਿਹਾ ਤਾਂ ਮੈਂ ਜ਼ਰੂਰ ਇੱਕ ਹੋਰ ਵੀਰ ਦੀ ਗੱਲ ਕਰਨਾ ਚਾਹਾਂਗੀ। ਜੀ ਮੈਮ, ਜ਼ਰੂਰ ਮੈਮ। ਨਾਇਬ ਸੂਬੇਦਾਰ ਨੰਦ ਸਿੰਘ ਜੀ ਦੀ ਇਹ ਇੱਕੋ ਇੱਕ ਨੇ ਭਾਰਤੀ ਫੌਜੀ। ਇਸ ਸਿੰਘ ਨੇ ਭਾਰਤ ਦਾ ਸਭ ਤੋਂ ਵੱਧ ਸਨਮਾਨਿਤ ਸਿੱਖ ਯੋਧਾ, ਇਹ ਇਹਨਾਂ ਦਾ ਖਿਤਾਬ ਜੇ ਜੀ। ਵਰਲਡ ਵਾਰ 1 ਵਿੱਚ ਇਹਨਾਂ ਨੂੰ ਵਿਕਟੋਰੀਆ ਕ੍ਰਾਸ ਦਿੱਤਾ ਗਿਆ ਜੀ। 1947 ਵਿੱਚ ਜੰਮੂ ਕਸ਼ਮੀਰ ਉੜੀ ਦੇ ਵਿੱਚ ਇਹਨਾਂ ਨੂੰ 1st ਸਿੱਖ ਰੈਜੀਮੈਂਟ ਵਿੱਚ
ਜੰਗ ਜਦੋਂ ਉੱਥੇ ਵਿੱਢੀ ਸੀ, ਉਸ ਥਾਂ ਤੇ ਪੂਰਾ ਇਲਾਕਾ ਉਹ ਕਹਿੰਦੇ ਨੇ ਜੇ ਬਚਿਆ ਸੀ ਤਾਂ ਸਿਰਫ ਇਸ ਜਾਂਬਾਜ਼ ਸਦਕਾ ਸੀ, ਜਿਹਨੇ ਆਲੇ ਦੁਆਲੇ ਦੇ ਇਸ ਤਰੀਕੇ ਤਹਿਸ ਨਹਿਸ ਫੇਰ ਦਿੱਤੀ ਹੂੰ ਕਿ ਅਖੀਰ ਇਹਨਾਂ ਨੇ ਉਸ ਥਾਂ ਤੇ ਆਪਣੀ ਜਾਨ ਵੀ ਵਾਰੀ। ਹੂੰ ਇਹਨਾਂ ਦੇ ਸਭ ਤੋਂ ਉੱਚੀ ਤੇ ਤਿੱਖੀ ਜਿਹੜੀ ਚੋਟੀ ਸੀ, ਉਹ ਸਰ ਕਰ ਜਾਣ ਦਾ ਸਿਹਰਾ ਇਹਨਾਂ ਦੇ ਸਿਰ ਤੇ ਸੀ। ਹੂੰ ਤਾਂ ਉਦੋਂ ਕਿਵੇਂ ਕੀਤੀ ਗਈ ਸੀ? ਇੱਕ ਲੱਤ ਪੂਰੀ ਫੱਟੜ ਸੀ, ਲਹੂ ਲੁਹਾਨ, ਘੜੀਸਦਿਆਂ ਹੋਇਆ ਮੂੰਹ ਪੂਰਾ ਇੱਕ ਪਾਸਾ ਛਿੱਲਿਆ ਪਿਆ, ਉਤਰਿਆ ਪਿਆ ਸਾਰਾ, ਮੋਢਾ ਉਤਰਿਆ ਪਿਆ। ਉਸ ਇੱਕ ਸਭ ਤੋਂ ਉੱਚੀ ਤਿੱਖੀ ਚੋਟੀ ਸਰ ਕਰਨ ਤੋਂ ਬਾਅਦ, ਉੱਥੇ ਜਿੱਤ ਹਾਸਲ ਕਰਨ ਬਾਅਦ, ਦੋ ਹੋਰ ਚੋਟੀਆਂ ਜਿੱਥੇ ਕਿਹਾ ਗਿਆ ਵਾਪਿਸ ਆ ਜਾਓ ਨਹੀਂ ਬਚੋਗੇ, ਪਰ ਇਸ ਯੋਧੇ ਨੇ ਕਿਹਾ ਜਦ ਤੱਕ ਮੇਰੀ ਸਰਹੱਦ ਤੇ ਮੇਰੀ ਲੋੜ ਏ ਮੈਂ ਵਾਪਸ ਨਹੀਂ ਆਉਣਾ। ਦੋ ਹੋਰ ਚੋਟੀਆਂ ਸਰ ਕੀਤੀਆਂ, ਜਾਨ ਵਾਰ ਗਏ, ਮਹਾਵੀਰ ਚੱਕਰ ਹਾਸਲ ਹੋਇਆ। ਕਮਾਲ ਜੇ, ਸਭ ਤੋਂ ਵੱਧ ਸਨਮਾਨਿਤ ਸਿੱਖ ਯੋਧੇ ਵਜੋਂ ਇਹ ਜਾਣੇ ਗਏ। ਪਰ ਅੱਜ ਦੇ ਦਿਨ ਇੱਕ ਚੋਟੀ ਜੇ ਬਾਨਾ ਚੋਟੀ ਜੀ, ਨਾਇਬ ਸੂਬੇਦਾਰ ਬਾਨਾ ਸਿੰਘ ਸੀ ਸਨ, ਪਰਮਵੀਰ ਚੱਕਰ ਵਿਜੇਤਾ ਜੀ। ਇਹਨਾਂ ਨੂੰ ਸਿਆਚਨ ਦਾ ਹੀਰੋ ਮੰਨਿਆ ਗਿਆ। ਕਿਹਾ ਜਾਂਦਾ ਹੈ ਕਿ ਸਿਆਚਨ ਦੀ ਜੇ ਉੱਥੇ ਸਭ ਤੋਂ ਉੱਚੀ ਚੋਟੀ ਸਰ ਕਰਕੇ ਭਾਰਤ ਵਿੱਚ ਕੋਈ ਸ਼ਾਮਲ ਕਰਨ ਵਾਲਾ ਸੀ ਤੇ ਪਾਕਿਸਤਾਨ ਤੋਂ ਖੋਹ ਕੇ ਲਿਆ ਸਕਿਆ ਸੀ, ਤਾਂ ਉਹ ਇਹ ਇਕੱਲਾ ਯੋਧਾ ਸੀ ਜਿਹੜਾ ਉਸ ਥਾਂ ਤੇ ਡਟ ਕੇ ਲੜਦਾ ਰਿਹਾ ਕਿ ਭਾਰਤ ਸਰਕਾਰ ਵੱਲੋਂ ਉਸ ਚੋਟੀ ਦਾ ਨਾਮ ਉਹਦੇ ਨਾਮ ਤੇ ਰੱਖਣਾ ਪਿਆ ਕਿ ਨਾਇਬ ਸੂਬੇਦਾਰ ਬਾਨਾ ਸਿੰਘ ਜੀ, ਇਸ ਚੋਟੀ ਨੂੰ ਸਰ ਕਰਨ ਵਾਲੇ ਤੁਸੀਂ ਸੀ, ਕੋਈ ਹੋਰ ਪਹੁੰਚ ਹੀ ਨਹੀਂ ਸਕਿਆ। ਇਸ ਚੋਟੀ ਦਾ ਨਾਂ ਹੀ ਬਾਨਾ ਸਿੰਘ ਰੱਖ ਦਿੱਤਾ ਗਿਆ। ਉਹ ਬਾਨਾ ਚੋਟੀ ਜੇ ਅੱਜ ਵੀ ਜੋ ਭਾਰਤ ਵਿੱਚ ਸ਼ਾਮਲ ਜੇ। ਇਹੋ ਜੇ ਮੇਰਾ ਖਿਆਲ ਹੈ ਜਾਂਬਾਜ਼ ਯੋਧਿਆਂ ਵਿੱਚ ਜੇ ਮੈਂ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਜੀ ਦਾ ਜ਼ਿਕਰ ਨਾ ਕੀਤਾ ਤਾਂ ਬਹੁਤ ਗੁਨਾਹ ਕਰ ਰਹੀ ਹੋਵਾਂਗੀ। 93,000 ਪਾਕਿਸਤਾਨ ਫੌਜੀ ਗੋਡੇ ਟੇਕ ਗਏ ਸਨ ਇਸ ਪਰਮ ਵਿਸ਼ਿਸ਼ਟ ਸੇਵਾ ਮੈਡਲ ਤੇ ਪਦਮ ਭੂਸ਼ਣ ਹਾਸਲ ਕੀਤੇ ਹੋਏ ਸਾਡੇ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਜੀ ਦੁਨੀਆ ਦੀ ਇੱਕੋ ਇੱਕ ਮਿਸਾਲ ਜੇ, ਜਿੱਥੇ ਇੰਨੀ ਭਾਰੀ ਗਿਣਤੀ ਵਿੱਚ ਕੋਈ ਦੁਸ਼ਮਣ ਫੌਜ ਗੋਡੇ ਟੇਕ ਗਈ ਹੋਵੇ। ਤੁਸੀਂ ਸੋਚ ਹੀ ਸਕਦੇ ਹੋ ਕਿ ਕੀ ਇਹ ਕਮਾਲ ਵਾਪਰਿਆ ਹੋਣਾ। ਇਹਨਾਂ ਤੋਂ ਇਲਾਵਾ ਵੀ ਬਹੁਤ ਸਾਰੇ ਨੇ, ਭਾਵੇਂ ਉਹ ਗਲਵਾਨ ਘਾਟੀ ਦੇ ਅੱਜ ਦਾ ਵੀ ਅਸੀਂ ਜ਼ਿਕਰ ਕਰੀਏ, ਗੁਰਤੇਜ ਸਿੰਘ ਜੀ ਜਾਂ ਤੇਜਿੰਦਰ ਸਿੰਘ ਜੀ, ਵੀਰ ਚੱਕਰ ਹਾਸਲ ਜਿਨ੍ਹਾਂ ਨੇ ਕਮਾਲ ਦੀ ਅੱਜ ਦੇ ਦਿਨ ਵੀ ਦੱਸ ਦਿੱਤਾ ਕਿ ਸਿੰਘ ਲੱਗਿਆ ਹੋਵੇ ਨਾ ਤਾਂ 6 ਚੀਨੀਆਂ ਨੂੰ ਕਿਵੇਂ ਕੱਛਾਂ 'ਚ ਦਬਾ ਕੇ ਝਟਕਾ ਸਕਦੇ ਆ। ਇਹ ਆਰ ਪਾਰ ਆਪਣੇ ਜਦੋਂ ਜ਼ਖਮ ਲੱਗੇ ਹੋਣ ਫਿਰ ਵੀ, ਤੇ ਕਿਵੇਂ ਉੱਥੇ ਉਦੋਂ ਵੀ ਗੱਜੇ ਸਨ ਜੈਕਾਰੇ ਬੋਲੇ ਸੋ ਨਿਹਾਲ ਦੇ, ਸਮਝਦੇ ਆ ਕਿ ਸਤਿ ਸ਼੍ਰੀ ਅਕਾਲ ਦੀ ਆਵਾਜ਼ ਨਾਲ ਕਿਵੇਂ ਚੀਨੀਆਂ ਦੇ ਹੌਸਲੇ ਸਾਰੇ ਢਿੱਲੇ ਪੈ ਗਏ ਸਨ। ਤੇ ਇੱਕ ਅਹਿਮ ਨੁਕਤਾ ਦੱਸਾਂ, ਕਿਰਦਾਰ ਖੁਸ਼ੀ ਜਿਨ੍ਹਾਂ ਦੀ ਹੋ ਰਹੀ ਹੈ ਨਾ ਅੱਜ, ਜੋ ਭਾਰਤ ਸਰਕਾਰ ਦੇ ਅੰਕੜੇ ਨੇ ਕਿ ਸਾਰੇ ਭਾਰਤ ਵਿੱਚੋਂ ਸਭ ਤੋਂ ਵੱਧ ਜੇ ਫੌਜੀ ਵਿਧਵਾਵਾਂ ਨੇ ਨਾ ਪੰਜਾਬ ਵਿੱਚ, ਜੀ ਇਹ 2.3% ਨੇ ਪੂਰੇ ਸਿੱਖ ਸਾਰੇ ਹਿੰਦੁਸਤਾਨ ਵਿੱਚ ਜੀ, ਜਿਨ੍ਹਾਂ ਦੇ ਵਿੱਚੋਂ 2132 ਵਿਧਵਾਵਾਂ ਨੇ ਜਿਹੜੀਆਂ ਪਿਛਲੇ ਮਹੀਨੇ ਦੀ ਨੇ, ਉਹਨਾਂ ਵਿੱਚ ਅੱਜ ਹੋਰ ਸ਼ਾਮਲ ਹੋ ਚੁੱਕੀਆਂ ਨੇ। ਤੁਹਾਨੂੰ ਪਤਾ ਹੈ ਸਾਡੇ ਹੋਰ ਫੌਜੀਆਂ ਦਾ ਜ਼ਿਕਰ ਹੁੰਦਾ। ਦੂਜੇ ਪਾਸੇ 17% ਜਨਸੰਖਿਆ ਜੇ ਯੂਪੀ ਦੇ, ਤੇ ਉਹਨਾਂ ਵਿੱਚ 1805 ਵਿਧਵਾਵਾਂ। ਮੈਂ ਕਿਸੇ ਨੂੰ ਫਿਰ ਕਹਿ ਦਿਆਂ ਨਿਵਿਆ ਨਹੀਂ ਰਹੀ, ਪਰ ਇਹ ਜਨਸੰਖਿਆ ਦੇ ਹਿਸਾਬ ਨਾਲ ਵੀ ਜਦੋਂ ਦੇਖੀਏ ਤਾਂ ਜਾਨਾਂ ਵਾਰਨ ਵਾਲੇ ਜਾਂ ਇਹ ਚੁਫੇਰਾ ਸਰਹੱਦਾਂ ਜਿਹੜੀਆਂ ਅੱਜ ਵੀ ਸ਼ਾਮਲ ਨੇ, ਜਿਨ੍ਹਾਂ ਥਾਵਾਂ ਤੇ ਇੱਕ ਯੋਧੇ ਨੇ ਆਪਣਾ ਸਿਰ ਦੇ ਕੇ, ਆਪਣੀ ਛਾਤੀ ਢਾਹ ਕੇ ਇਸ ਮੁਲਕ ਨੂੰ ਆਜ਼ਾਦ ਰੱਖਣ ਵਿੱਚ ਇਸ ਤਰੀਕੇ ਦੀ ਬਹਾਦਰੀ ਵਿਖਾਈ ਹੋਵੇ, ਤਾਂ ਫਿਰ ਆਪਾਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਇਹ ਵੱਖਵਾਦੀ? ਜੀ ਬਿਲਕੁਲ। ਕਿਉਂ? ਸਿਰਫ ਇਹੋ ਕਾਰਨ ਨਾ ਕਿ ਉਸ ਹੱਦ ਤੱਕ ਪਹੁੰਚ ਨਹੀਂ ਹੋ ਸਕਦੀ। ਮਾੜੀ ਗੱਲ ਏ, ਕਿਉਂਕਿ ਜੇ ਅੱਜ ਵੀ ਦੱਸਦੇ ਆ ਕਿ ਖਾਲਸਾ ਫੌਜ ਦਾ ਕਮਾਂਡਰ ਇਨ ਚੀਫ ਹਰੀ ਸਿੰਘ ਨਲੂਆ ਨਾ ਹੁੰਦਾ ਤਾਂ ਫਿਰ ਅੱਜ ਤੱਕ ਦਰਾ ਖੈਬਰ ਤੋਂ ਹੁੰਦੇ ਹਮਲੇ ਰੁਕੇ ਨਾ ਹੁੰਦੇ। ਹੁਣ ਤੱਕ ਤਾਂ ਭਾਰਤ ਗੁਲਾਮ ਬਣ ਗਿਆ ਹੁੰਦਾ। ਉੱਥੋਂ ਜਿਸ ਤਰੀਕੇ ਦੇ ਅਫਗਾਨੀ ਹੱਲੇ ਆਉਂਦੇ ਸਨ,
ਕੋਈ ਉਹੀ ਸੀ ਕਮਾਂਡਰ ਇਨ ਚੀਫ ਜਿਸ ਨੇ ਉਹ ਥਾਂ ਹਮੇਸ਼ਾ ਲਈ ਰੋਕ ਛੱਡੀ ਕਿ ਜੀ। ਉਧਰੋਂ ਕੋਈ ਹੋਰ ਦੁਬਾਰਾ ਮੂੰਹ ਵੀ ਨਾ ਕਰ ਸਕਿਆ। ਸੋ ਅੱਜ ਵੀ ਜੇ ਕਿਸੇ ਨੂੰ ਲੋੜ ਹੈ ਕਿ ਹੁਣ ਕਿਸੇ ਨੇ ਕਿਰਦਾਰ ਕੁਸ਼ੀ ਕਰਨੀ ਜੇ, ਤਾਂ ਫਿਰ ਯੁੱਧ ਕਲਾ 'ਚ ਜੋ ਪ੍ਰਵੀਨ ਨੇ, ਜੋ ਗੁਰਿੱਲਾ ਵਾਰਫੇਅਰ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ, ਕਿਉਂ ਆਖਰ ਬੰਗਲਾਦੇਸ਼ ਦੇ ਵਿੱਚ ਵੀ ਜੇ ਮਿਲਟਰੀ ਆਪਰੇਸ਼ਨ ਦਾ ਇੰਚਾਰਜ ਬਣਾਏ ਗਏ ਸਨ ਸਾਡੇ ਜਰਨੈਲ, ਮੈਂ ਤੇ ਮਹਾਮਾਨਵ ਦੀ ਗੱਲ ਕਰਦੀ ਹਾਂ, ਮੇਜਰ ਜਨਰਲ ਸ਼ਵੇਗ ਸਿੰਘ, ਮੁਕਤੀ ਵਾਹਿਨੀ ਦੇ ਹੀਰੋ, ਜਿਨ੍ਹਾਂ ਦੇ ਰਿਕਾਰਡ ਨੂੰ ਅੱਜ ਤੱਕ ਕੋਈ ਤੋੜ ਨਹੀਂ ਸਕਿਆ। ਉਹਨਾਂ ਦੇ ਸਟਾਫ ਕਾਲਜ ਵਿੱਚ ਘੁੜਸਵਾਰੀ ਦਾ ਕੋਈ ਨਹੀਂ ਤੋੜ ਸਕਿਆ। ਜਿਸ ਤਰੀਕੇ ਦੀ ਉਹਨਾਂ ਦੀ ਗੁਰਿੱਲਾ ਵਾਰਫੇਅਰ ਦਾ ਅਜੇ ਤੱਕ ਕੋਈ ਸਾਨੀ ਦੁਨੀਆ ਵਿੱਚ ਬਣ ਨਹੀਂ ਸਕਿਆ, ਤਾਂ ਤੁਸੀਂ ਸਮਝ ਹੀ ਸਕਦੇ ਹੋ ਕਿ ਮੈਂ ਕਿੰਨੇ ਸਾਰੇ ਅਜੇ ਨਾਂ ਛੱਡੇ ਨੇ ਕਿ ਇੰਨਿਆਂ ਕੁ ਸਿਰਫ ਥੋੜਾ ਜਿਹਾ ਅੰਦਾਜ਼ਾ ਹੋ ਜਾਏ ਕਿ ਕਿਰਦਾਰ ਕੁਸ਼ੀ ਕਰਨ ਲੱਗਿਆਂ ਆਖਰ ਕਿਉਂ ਇਹ ਚੀਜ਼ਾਂ ਭੁਲਾ ਦਿੱਤੀਆਂ ਜਾਂਦੀਆਂ ਨੇ। ਮੈਂ ਹੱਥ ਜੋੜ ਕੇ ਖਿਮਾ ਮੰਗਦੀ ਹਾਂ ਫਿਰ ਵੀ ਕਿ ਜੇ ਕਿਸੇ ਮੇਰਾ ਹਿੰਦੂ ਵੀਰ ਕੋਈ ਸ਼ਹੀਦ ਹੋਇਆ, ਮੇਰਾ ਮੁਸਲਮਾਨ ਵੀਰ ਕੋਈ ਸ਼ਹੀਦ ਹੋਇਆ ਇਸੇ ਮੁਲਕ ਲਈ, ਮੈਂ ਕਿਸੇ ਨੂੰ ਨਵਿਆ ਨਹੀਂ ਰਹੀ। ਮੈਂ ਉਹਨਾਂ ਸਾਰਿਆਂ ਨੂੰ ਸਿਜਦਾ ਕਰਦੀ ਹਾਂ ਸਿਰਫ ਇਸ ਕਾਰਨ ਕਿ ਗੱਲ ਕਿਰਦਾਰ ਕੁਸ਼ੀ ਸਿਰਫ ਇੱਕ ਧਰਮ ਨੂੰ ਮੰਨਣ ਵਾਲਿਆਂ ਦੀ ਹੋ ਰਹੀ ਸੀ। ਮੈਂ ਇਸੇ ਕਾਰਨ ਇਹ ਜ਼ਿਕਰ ਕਰਨ ਦੀ ਲੋੜ ਸਮਝੀ ਕਿ ਘੱਟੋ ਘੱਟ ਅਸੀਂ ਧਾਰਮਿਕ ਪਾੜ ਪਾਉਣ ਵਾਲੇ ਇਹਨਾਂ ਸਿਆਸਤਦਾਨਾਂ ਤੋਂ ਬਚ ਕੇ ਆਪਸੀ ਸਾਂਝ, ਆਪਸੀ ਮਿਲਵਰਤਨ ਜੇ ਰੱਖੀਏ ਤਾਂ ਸਾਨੂੰ ਕੋਈ ਤੋੜ ਨਹੀਂ ਸਕਦਾ, ਕੋਈ ਪਾੜ ਨਹੀਂ ਸਕਦਾ। ਅਸੀਂ ਸਾਰੇ ਇਕੱਠੇ ਹੋ ਕੇ ਵਾਕਈ ਇੱਕ ਬੁਲੰਦ ਆਵਾਜ਼, ਇੱਕ ਅਜੀਬ ਜਿਹੀ ਇਹੋ ਜਿਹੀ ਤਾਕਤ ਬਣੇਗੀ ਜਿਹਦਾ ਸਾਹਮਣਾ ਕੋਈ ਨਹੀਂ ਕਰ ਸਕਦਾ। ਸੋ ਇਹ ਜਿਹੜਾ ਠਾਠਾ ਮਾਰਦਾ ਸਮੁੰਦਰ ਜੇ ਨਾ ਸਾਡੀ ਸਾਂਝ ਦਾ, ਜਿਹਨੂੰ ਬਚਾਉਣ ਦਾ ਇੱਕੋ ਇੱਕ ਢੰਗ ਹੈ ਕਿ ਅਸੀਂ ਊਚ ਨੀਚ, ਜਾਤ ਪਾਤ, ਧਰਮ ਦੇ ਵਿਤਕਰੇ ਤੋਂ ਬਚੀਏ, ਇਕੱਠੇ ਰਹੀਏ। ਜੀ ਜੀ ਬਿਲਕੁਲ। ਤੇ ਮੈਮ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਸਲੀਕੇ ਦੇ ਨਾਲ ਅੱਜ ਤੁਸੀਂ ਜ਼ਿਕਰ ਕੀਤਾ ਕਿ ਕਿਸ ਤਰੀਕੇ ਦੇ ਨਾਲ ਪਹਿਲੇ ਵਿਸ਼ਵ ਯੁੱਧ ਦੇ ਵਿੱਚ, ਦੂਜੇ ਵਿਸ਼ਵ ਯੁੱਧ ਦੇ ਵਿੱਚ ਤੇ ਵੱਖ-ਵੱਖ ਲੜਾਈਆਂ ਦੇ ਵਿੱਚ ਸਾਡੇ ਸਿੱਖ ਯੋਧੇ ਅੱਗੇ ਹੋ ਕੇ ਲੜੇ, ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦਿੱਤੀਆਂ, ਜਾਨ ਦੀ ਪਰਵਾਹ ਨਾ ਕੀਤੀ। ਤਾਂ ਜਿਵੇਂ ਤੁਸੀਂ ਵਿਧਵਾਵਾਂ ਦਾ ਜ਼ਿਕਰ ਕੀਤਾ ਕਿ ਵੱਖ-ਵੱਖ ਹਿੱਸਿਆਂ ਦੇ ਵਿੱਚ ਬਹੁਤ ਸਾਰੀਆਂ ਉਹਨਾਂ ਸ਼ਹੀਦ ਫੌਜੀਆਂ ਦੀਆਂ ਵਿਧਵਾਵਾਂ ਨੇ ਜਿਹੜੀਆਂ ਆਪਣੇ ਬੱਚਿਆਂ ਨੂੰ ਪਾਲ ਰਹੀਆਂ ਨੇ, ਤੇ ਉਹਨਾਂ ਦੇ ਵਿੱਚ ਇੱਕੋ ਹੀ ਜਜ਼ਬਾ ਹੈ, ਉਹਨਾਂ ਫੌਜੀਆਂ ਦੇ ਬੱਚਿਆਂ ਦੇ ਵਿੱਚ ਵੀ ਇੱਕੋ ਹੀ ਜਜ਼ਬਾ ਹੈ ਕਿ ਅਸੀਂ ਆਪਣੇ ਬਾਪ ਦੀ ਤਰ੍ਹਾਂ, ਅਸੀਂ ਆਪਣੇ ਸ਼ਹੀਦ ਬਾਪ ਦੀ ਤਰ੍ਹਾਂ ਅਸੀਂ ਵੀ ਸਰਹੱਦਾਂ ਤੇ ਜਾਣਾ ਤੇ ਦੁਸ਼ਮਣਾਂ ਦਾ ਮੁਕਾਬਲਾ ਕਰਨਾ ਹੈ, ਤਾਂ ਕਿ ਸਾਡੇ ਦੇਸ਼ ਵੱਲ ਕੋਈ ਭੈੜੀ ਅੱਖ ਨਾਲ ਨਾ ਦੇਖ ਸਕੇ। ਪਰ ਉੱਥੇ ਹੀ ਜੇ ਜ਼ਿਕਰ ਇਹੀ ਆਉਂਦਾ ਹੈ ਕਿ ਲੀਡਰ ਨੇ ਜਿਹੜੇ ਉਹ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ। ਤਾਂ ਕੱਲ੍ਹ ਜੇ ਅੱਜ ਦਾ ਪ੍ਰੋਗਰਾਮ ਰੱਖਣ ਦੀ ਮੇਨ ਗੱਲ ਇਹੀ ਸੀ ਕਿ ਜਿਵੇਂ ਕਿ ਮੈਮ ਨੇ ਵੀ ਜ਼ਿਕਰ ਕੀਤਾ ਕਿ ਵੱਖਵਾਦੀ ਹੈ ਜੀ, ਇਹ ਤਾਂ ਜੀ ਖਾਲਿਸਤਾਨੀ ਨੇ, ਜਿਹੜੇ ਸਰਦਾਰ ਨੇ ਤਾਂ ਉਹਨਾਂ ਨੂੰ ਪਤਾ ਨਹੀਂ ਕਿਹੜੇ-ਕਿਹੜੇ ਨਾਮਾਂ ਦੇ ਨਾਲ ਕਿਹੜੇ-ਕਿਹੜੇ ਰੁਤਬੇ ਦਿੱਤੇ ਜਾਂਦੇ ਨੇ ਕਿ ਉਹਨਾਂ ਨੂੰ ਕੁਝ ਐਸਾ ਫੀਲ ਕਰਾਇਆ ਜਾਵੇ ਕਿ ਇਹ ਤਾਂ ਜੀ ਅਜਿਹੀ ਕੌਮ ਹੈ ਜਿਹੜੀ ਕਿ ਕਿਸੇ ਲਈ ਸੇਫ ਹੈ ਹੀ ਨਹੀਂ ਹੈ। ਸੋ ਬਾਹਰਲੀ ਦੁਨੀਆ ਦੇ ਵਿੱਚ ਈਨ ਮਨਵਾਉਣ ਵਾਲੇ ਬਾਹਰਲੇ ਲੋਕ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਜਾਣਦੇ ਨੇ, ਉਹ ਇਹਨਾਂ ਨੂੰ ਸਿਜਦਾ ਕਰਦੇ ਨੇ ਕਿ ਜਦੋਂ ਹਜ਼ਾਰਾਂ ਦੀ ਭੀੜ ਹੋਵੇ ਤਾਂ ਇੱਕ ਸਰਦਾਰ ਖੜਾ ਹੋਵੇ ਤਾਂ ਲੋਕਾਂ ਨੂੰ ਲੱਗਦਾ ਹੈ ਕਿ ਹਾਂ ਅਸੀਂ ਸੇਫ ਹਾਂ। ਉਹ ਇਹ ਨਹੀਂ ਸੋਚਦੇ ਵੀ ਹਜ਼ਾਰ ਲੋਕ ਨੇ ਵੀ ਸਾਡੀ ਮਦਦ ਕਰਨਗੇ, ਨਹੀਂ, ਪਰ ਜਦੋਂ ਇੱਕ ਸਰਦਾਰ ਖੜਾ ਹੁੰਦਾ ਤਾਂ ਲੱਗਦਾ ਕਿ ਮਦਦ ਹੋਏਗੀ ਤੇ ਜ਼ਰੂਰ ਹੋਏਗੀ। ਸੈਲੂਟ ਕਰਦੇ ਹਾਂ ਉਹਨਾਂ ਸ਼ਹੀਦਾਂ ਨੂੰ, ਸੈਲੂਟ ਕਰਦੇ ਹਾਂ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਨੇ ਆਪਣੇ ਪੁੱਤ ਇਸ ਦੇਸ਼ ਦੇ ਉੱਤੋਂ ਵਾਰ ਦਿੱਤੇ। ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਇਸ ਬਾਰੇ ਤੁਸੀਂ ਸਾਨੂੰ ਜ਼ਰੂਰ ਦੱਸਣਾ। ਬਹੁਤ ਸਾਰੇ ਤੁਹਾਡੀਆਂ ਮਨ ਦੇ ਵਿੱਚ ਬਹੁਤ ਸਾਰੀਆਂ ਹੋਰ ਭਾਵਨਾਵਾਂ ਹੋਣਗੀਆਂ, ਤੁਸੀਂ ਸਾਡੇ ਨਾਲ ਉਹ ਸ਼ੇਅਰ ਕਰ ਸਕਦੇ ਹੋ ਫੇਸਬੁੱਕ ਤੇ YouTube ਦੇ ਜ਼ਰੀਏ, ਤੇ ਪਰਸਨਲੀ ਵੀ ਤੁਸੀਂ ਆਪਣੇ ਜਿਹੜੇ ਸੁਝਾਅ ਨੇ ਉਹ ਦੱਸ ਸਕਦੇ ਹੋ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਉਣਾ ਹੀ ਸੀ। ਮਿਲਾਂਗੇ ਆਪਾਂ ਅਗਲੇ ਹਫਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ ਦੇ ਵਿੱਚ। ਤਦ ਤੱਕ ਦੇ ਲਈ ਸਾਨੂੰ ਤੋਂ ਇਜਾਜ਼ਤ। ਸਤਿ ਸ਼੍ਰੀ ਅਕਾਲ।